ਆਉਂਦੀਆਂ ਉਹਨਾਂ ਚੋਂ ਕਈ ਨੂੰਹਾਂ ਮਾਂ ਬਣਦੀਆਂ ਨੇ ਤਾਂ ਉਹਨਾਂ ਦੇ ਨਾਲ ਮਿਸਬੀਹੇਵ ਹੁੰਦਾ ਤੇ ਸਾਡੇ ਗ੍ਰੈਂਡ ਚਿਲਡਰਨ ਦਾ ਨੁਕਸਾਨ ਹੁੰਦਾ। ਪਰ ਜ਼ਿਆਦਾਤਰ ਜਿਹੜੀਆਂ ਮਾਵਾਂ ਨੇ ਆਪਣੇ ਬੱਚਿਆਂ ਨੂੰ 25-30 ਸਾਲ ਵੱਡਾ ਕਰਕੇ ਵਿਆਹਿਆ, ਉਹ ਮਾਵਾਂ ਵਿਚਾਰੀਆਂ ਬਿਲਕੁਲ ਜ਼ੀਰੋ ਹੋ ਜਾਂਦੀਆਂ ਨੇ। ਸੋ ਇਹ ਸਾਰੇ ਐਂਗਲ ਡਿਸਕਸ ਕਰੀਏ। ਅੱਜ ਤੋਂ 25 ਸਾਲ ਪਹਿਲਾਂ ਅਮਰੀਕਾ ਤੋਂ ਜਦੋਂ ਮੈਂ ਇੰਡੀਆ ਸੈਮੀਨਾਰ ਕਰਨ ਆਇਆ ਸੀ, ਮੇਰੀ ਵਾਈਫ ਨੇ ਔਰ ਮੇਰੀ ਬੇਟੀ ਨੇ ਪੁੱਛਿਆ ਸੀ ਤੁਸੀਂ ਬਾਰ-ਬਾਰ ਇੰਡੀਆ 2 ਮਹੀਨੇ ਬਾਅਦ ਜਾਂਦੇ ਹੋ, ਤੁਸੀਂ ਕਰਨਾ ਕੀ ਚਾਹੁੰਦੇ ਹੋ? ਤਾਂ ਮੈਂ ਉਹਨਾਂ ਨੂੰ ਇਹ ਸਾਂਝ ਕੀਤੀ ਸੀ ਕਿ ਮੇਰਾ ਪਹਿਲਾ ਪੁਆਇੰਟ ਇਹ ਹੈ ਕਿ ਮੈਂ ਵਿਮੈਨ ਨੂੰ ਇਕੁਐਲਿਟੀ ਦਿਵਾਉਣਾ ਚਾਹੁੰਦਾ ਹਾਂ। ਮੈਂ ਨਹੀਂ ਚਾਹੁੰਦਾ ਹਾਂ ਕਿ ਉਹਨੂੰ ਸਤੀ ਪ੍ਰਥਾ ਤੋਂ ਲੈ ਕੇ ਦਾਜ ਪ੍ਰਥਾ ਤੋਂ ਲੈ ਕੇ ਉਸ ਦਾ ਕਿਸੇ ਤਰੀਕੇ ਵੀ ਨਿਰਾਦਰ ਹੋਵੇ। ਸੋ ਧਰਮ ਦੀ ਦੁਨੀਆ ਵਿੱਚ ਬੀਬੀਆਂ ਬਹੁਤ ਪਿੱਛੇ ਰਹਿ ਗਈਆਂ ਨੇ। ਉਹਦੇ ਬੀਬੀਆਂ ਦਾ ਕੋਈ ਕਾਰਨ ਹੋਏਗਾ, ਰੱਬ ਜਾਣੇ। ਪਰ ਅੱਜ ਦੇ ਸੈਮੀਨਾਰ ਵਿੱਚ ਮੈਂ ਇਹਦਾ ਸਾਰਾ ਕਸੂਰ ਮਰਦਾਂ ਤੇ ਵੀ ਪਾਉਣਾ ਚਾਹੁੰਦਾ ਤਾਂ ਕਿ ਮਰਦ ਉਹਨਾਂ ਨੂੰ ਉਤਸ਼ਾਹ ਦੇਣ, ਉਹ ਫੀਲਡ ਚ ਆਉਣ, ਉਹ ਸਮਾਜ ਚ ਆਉਣ ਔਰ ਕੀਮਤੀ ਕੰਮ ਕਰ ਸਕਣ। ਸੋ ਇਹਦੇ ਵਾਸਤੇ ਅਮਨ ਜੀ ਤੁਸੀਂ ਐਜ਼ ਏ ਹੋਸਟ ਮਾਵਾਂ ਭੈਣਾਂ ਧੀਆਂ ਨੂੰਹਾਂ ਦਾ ਹੱਥ ਖੜਾ ਕਰਾਓ, ਉਹ ਸਵਾਲ ਕਰਨ। ਅਸੀਂ ਸਾਰੇ ਮਰਦ ਸੋਚੀਏ ਕਿ ਅਸੀਂ ਉਹਦੇ ਵਾਸਤੇ ਕੀ ਕਰ ਸਕਦੇ ਹਾਂ। ਤੇ ਅਸੀਂ ਅੱਜ ਮਦਰਸ ਡੇ ਮਦਰਸ ਨੂੰ ਸੈਲੂਟ ਕਰ ਰਹੇ ਹਾਂ ਸਾਰੇ ਜੀ। ਤੇ ਜਿਹੜਾ ਅਸੀਂ ਮਾਂ ਸੈਮੀਨਾਰ ਕੀਤਾ ਸੀ ਮਾਤਾ ਮਤ ਪਿਤਾ ਸੰਤੋਖ, ਉਹ ਸਾਨੂੰ ਭਾਵੇਂ ਅਸੀਂ ਜਿਸ ਮਰਜ਼ੀ ਜੈਂਡਰ ਦੇ ਆ, ਜਿਸ ਮਰਜ਼ੀ ਏਜ ਗਰੁੱਪ ਦੇ ਆ, ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਦੀ ਮਾਤਾ ਧਰਤ ਬਣਾਉਣੀ ਹੈ। ਅੰਦਰ ਦੀ ਧਰਤੀ ਦੀ ਮਾਤਾ ਧਰਤ ਬਣਾਉਣ ਵਾਸਤੇ ਸਾਨੂੰ ਸੁਰਤ ਮਤ ਬੁੱਧ ਠੀਕ ਕਰਨੀ ਪਏਗੀ, ਆ ਮਨ ਦੀ ਧਰਤੀ ਠੀਕ ਬਣੇਗੀ। ਇਸ ਕਰਕੇ ਹਰ ਕਿਸੇ ਦਾ ਫਰਜ਼ ਹੈ ਹੀ ਹੈ। ਸੋ ਜਿਹੜੀਆਂ ਮਾਵਾਂ ਵੀ ਆਪਣੇ ਰਾਹ ਤੋਂ ਕੁਰਾਏ ਪੈ ਗਈਆਂ ਨੇ, ਫੈਸ਼ਨ ਦੇ ਚੱਕਰਾਂ 'ਚ ਪੈ ਗਈਆਂ ਨੇ, ਉਹ ਮਾਵਾਂ ਵੀ ਆਪਣੀ ਮਾਤਾ ਧਰਤ ਮਹੱਤ ਵਾਲਾ ਜਜ਼ਬਾ ਠੀਕ ਕਰਨਗੀਆਂ ਅਤੇ ਅਸੀਂ ਸਾਰੇ ਵੀ ਕਰਾਂਗੇ। ਸੋ ਨਾਓ ਆਈ ਹੰਬਲੀ ਰਿਕੁਐਸਟ ਕਿ ਜੋ ਐਮਪੀ ਵੀਰ ਜੀ ਨੇ ਇੱਕ ਸ਼ਲੋਕ ਬੋਲਿਆ, ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ, ਉਹਦੇ ਚ ਹਮ ਦਾ ਮਤਲਬ ਬਹੁਤ ਬਰੀਕ ਹੈ। ਹਮ ਦਾ ਮਤਲਬ ਹੈ ਜਿਹੜੀ ਹਮ ਲਾਈ ਹੋਈ ਹੈ। ਤਾਂ ਅੱਜ ਦੇ ਸੈਮੀਨਾਰ ਵਿੱਚ ਅਸੀਂ ਇਹ ਡਿਸਕਸ ਕਰਨਾ, ਅਸੀਂ ਮਰਦਾਂ ਨੇ ਜਿਹੜੀ ਹਮ ਲਾਈ ਹੋਈ ਹੈ, ਇਹਦੇ ਨਾਲ ਸਾਡੇ ਘਰ ਸੁਖੀ ਨਹੀਂ ਹਨ। ਤੇ ਅਸੀਂ ਸਾਰੇ ਰਲ ਕੇ ਸੋਚੀਏ ਕਿ ਆਪਣੇ ਬੱਚਿਆਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਘਰ ਦੀ ਮਦਰਸ ਦਾ ਅਸੀਂ ਕਿਹੜਾ ਬਿਹੇਵੀਅਰ ਸ਼ੁਰੂ ਕਰੀਏ ਤਾਂ ਕਿ ਮਦਰਸ ਡੇ ਐਵਰੀ ਡੇ ਹੋ ਸਕੇ। So I would request on this note ਕਿ ਅਸੀਂ ਇਸ ਦੀ ਸ਼ੁਰੂਆਤ ਗੁਣਵੰਤ ਮੰਮੀ ਵੱਲੋਂ ਹੀ ਕਰਾਂਗੇ। So I would request ਗੁਣਵੰਤ ਮੰਮੀ ਕਿ ਪਲੀਜ਼ ਉਹ ਸਾਡੇ ਨਾਲ ਇਸ ਬਾਰੇ ਆਪਣਾ ਮੈਸੇਜ ਕਾਈਂਡਲੀ ਸ਼ੇਅਰ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਮਾਵਾਂ ਨੂੰ ਆਪਣੇ ਬੱਚਿਆਂ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ, ਮੇਰੀ ਇਹ ਰਿਕੁਐਸਟ। Thank you. So now ਭਾਵਨਾ ਜੀ ਸਾਡੇ ਨਾਲ ਜੁੜਨਾ ਚਾਹੁੰਦੇ ਨੇ। ਜੀ ਭਾਵਨਾ ਜੀ। I would like to wish every mother here present very happy Mother's Day. ਜਿਹੜਾ ਵੀਰ ਜੀ ਨੇ ਮੈਨੂੰ ਕਿਹਾ ਕਿ ਆਪਣੇ ਮਾਵਾਂ ਨੂੰ ਅੱਗੇ ਕੀਤਾ ਜਾਏ, ਮੇਰਾ ਸਾਰਿਆਂ ਨੂੰ ਕੁਐਸਚਨ ਹੈ ਅੱਜ ਕਿ ਕਿਉਂਕਿ ਕੋਵਿਡ ਹੈ, ਕਿਉਂਕਿ ਅਸੀਂ ਆਨਲਾਈਨ ਕਨੈਕਟ ਹੋ ਰਹੇ ਹਾਂ ਐਂਡ ਅੱਗੇ ਵੀ ਕਿੰਨੇ ਪ੍ਰੋਗਰਾਮਸ ਸ਼ਾਇਦ ਸਾਨੂੰ ਆਨਲਾਈਨ ਕਰਨੇ ਪੈਣ। The first thing I think ਅੱਜ ਦੀ ਡੇਟ ਵਿੱਚ ਸਾਰੇ ਬੱਚਿਆਂ ਨੂੰ ਕਰਨਾ ਚਾਹੀਦਾ ਕਿੰਨੀਆਂ ਮਦਰਸ ਹਨ ਜੋ ਆਪਣੇ ਆਪ ਇੰਟਰਨੈਟ ਤੇ ਕਨੈਕਟ ਹੋ ਸਕਦੀਆਂ ਨੇ ਜ਼ੂਮ ਤੇ to attend for the sessions। ਅਸੀਂ ਤਾਂ ਗੁਰਦੁਆਰੇ ਨਹੀਂ ਜਾ ਸਕਦੀਆਂ, ਸੰਗਤ ਨਹੀਂ ਕਰ ਸਕਦੀਆਂ। Isn't it possible कि ਅਸੀਂ ਆਪਣੀ ਮਾਂ ਸਭ ਤੋਂ ਪਹਿਲੇ ਇਹ ਸਿਖਾਈਏ how to get connected, how to be free and how to explore the world where the world is living today digitally? I did it. How many of you did it? जी भावना जी, thank you भावना। I would request Jogi Veer ji, he wants to share something with us। जी जोगी वीर जी। ऐसी गल शेयर कर चुका।
Okay, Thank I you. see your hand raised. Then I would request now Sapna ji, ਜਿਹੜੇ ਕਿ ਮਹਿੰਦਰਪਾਲ ਜੀ ਨਾਲ ਬੈਠੇ ਹੋਏ ਨੇ, ਜੀ ਸਪਨਾ ਜੀ ਤੁਸੀਂ ਇਸ ਬਾਰੇ ਸਾਡੇ ਨਾਲ ਕੀ ਸ਼ੇਅਰ ਕਰਨਾ ਚਾਹੁੰਦੇ ਹੋ? ਹੁਣੀ ਮੈਂ ਜੁਝਾਰ ਵੀਰ ਦਾ ਸੁਣ ਰਹੀ ਸੀ, ਉਹਨਾਂ ਨੇ ਮਤਲਬ ਜਿਵੇਂ ਮਦਰ ਦੀ ਪ੍ਰੇਜ਼ ਕਰਦੇ ਹੋਏ ਇੱਕਦਮ ਟੌਪਿਕ ਛੇੜ ਦਿੱਤਾ ਕਿ ਅੱਜਕੱਲ ਦੀ ਮਦਰ ਜਿਹੜੀ ਕਲੱਬਸ ਜਾ ਰਹੀਆਂ ਨੇ ਔਰ ਕਿੱਟੀ ਪਾਰਟੀਜ਼ ਜਾ ਰਹੀਆਂ ਨੇ, तो एकदम ਤੁਸੀਂ ਮਦਰ ਦੀ ਪ੍ਰੇਜ਼ ਕਰਦੇ ਕਰਦੇ ਮਤਲਬ ਜਿਹੜੇ ਬੱਚੇ ਸੁਣ ਰਹੇ ਨੇ, मैं भी आज की मदर हूँ, आई एम वेयरिंग जीन्स, आई एम गोइंग टू किट्टी पार्टीज आल्सो। तो एकदम से वो नेगेटिव इम्पैक्ट पड़ जाता है सुनते सुनते। तो नहीं चल रहा, थोड़ी देर बाद चलेगा। ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਪਨਾ ਜੀ? मैं ये कहना चाहती हूँ कि साडे अंदर भी वही फीलिंग है जो तोड़ी अपनी मदर्स, जो प्रीवियस जनरेशन है साडी मदर्स हैं, उन्ना ही जेडी फीलिंग है साडे अंदर भी एज मदर्स वही फीलिंग्स है, चाहे असि आजकल दे या चाहे पुराने जमाने दे पेरेंट्स ने, फीलिंग मदर दी बच्चे नाल हमेशा होई रहेगी। सेकंड पॉइंट मेरा है कि कई फादर्स ऐसे हैं जो मदर्स भी ज्यादा बच्चे को टैकल करते हैं। आजकल सिंस देयर आर सो मेनी वर्किंग मदर्स, बहुत सारे फादर्स बच्चों को हैंडल करते हैं एंड दे आर बेटर मदर्स फॉर द चिल्ड्रन। So this Mother's Day is not only for mothers, it is for both the parents and everybody. चाहे दादा दादी हो, वो भी अगर दोनों पेरेंट्स वर्किंग है तो आजकल दादा दादी मुझे लगता है कि पापा को मुझसे ज्यादा अच्छे से टैकल करते हैं और मुझसे ज्यादा प्यार करते हैं। तो वो तो मदरहुड तो एक जज्बा है, इट इज नॉट ओनली रिलेटेड टू मदर। Thank you Sapna ji. Viji, would you like to add what Sapna said, please? ਸਪਨਾ ਜੀ ਤੁਸੀਂ ਬੜਾ ਅੱਛਾ ਬੋਲਿਆ ਤੇ ਜੋ ਜੁਝਾਰ ਜੀ ਨੇ ਬੋਲਿਆ ਤੁਸੀਂ ਉਹਨੂੰ ਆਪਣੇ ਦੇ ਨਾਲ ਲਗਾਓ। ਜੁਝਾਰ ਜੀ ਨੇ ਵੀ ਜੋ ਬੋਲਿਆ ਅਸੀਂ ਉਸ ਐਂਗਲ ਤੋਂ ਵੀ ਸਮਝਣਾ ਹੈ ਕਿ ਸਪਨਾ ਵਰਗੀਆਂ ਮਾਵਾਂ ਤੇ ਨਹੀਂ ਭਟਕੀਆਂ ਹੋਈਆਂ। ਯੂ ਆਰ ਗ੍ਰੇਟ, ਯੂ ਆਰ ਆਈਡੀਅਲ ਮਦਰ, ਪਰ ਜਿਹੜੀਆਂ ਆਪਣੀ ਮਦਰਹੁੱਡ ਨੂੰ ਠੀਕ ਤਰ੍ਹਾਂ ਨਹੀਂ ਜੀ ਪਾ ਰਹੀਆਂ ਉਹਨਾਂ ਦੇ ਜੇ ਅਸੀਂ ਜੋ ਕੁਝ ਵੀ ਮੈਂ ਬੋਲ ਰਿਹਾ ਜੋ ਕੁਝ ਵੀ ਸੋ ਕਾਰਡ ਡੈਫੀਸ਼ੀਐਂਸੀਜ਼ ਰਹਿ ਗਈਆਂ ਨੇ ਅਸੀਂ ਉਹਨਾਂ ਨੂੰ ਆਪਣੇ ਸਮਾਜ ਚੋਂ ਸੁਧਾਰ ਸਕਦੇ ਹਾਂ ਤਾਂ ਕਿ ਸਾਡੇ ਸਾਰਿਆਂ ਦੇ ਪੂਰੇ ਵਰਲਡ ਦੇ ਬੱਚੇ ਨੂੰ ਬੈਟਰ ਆਈਡੀਅਲ ਮਦਰ ਮਿਲ ਸਕੇ। ਕਿਉਂਕਿ ਕਈ ਮਦਰਸ ਐਸੀਆਂ ਨੇ ਜੋ ਅੱਜ ਹੁੱਕਾ ਪੀ ਰਹੀਆਂ ਨੇ, ਕਈ ਮਦਰਸ ਐਸੀਆਂ ਨੇ ਜੋ ਨਸ਼ਾ ਕਰਦੀਆਂ ਨੇ, ਕਈ ਮਦਰਸ ਐਸੀਆਂ ਨੇ ਜੋ ਸਿਗਰਟ ਵੀ ਪੀਂਦੀਆਂ ਨੇ। ਸੋ ਕਈ ਮਦਰਸ ਮਜਬੂਰ ਨੇ ਜਾਂ ਆਪਣੇ ਰਸਤੇ ਤੋਂ ਭਟਕੀਆਂ ਹੋਈਆਂ ਨੇ ਜਾਂ ਉਹਨਾਂ ਨੂੰ ਮਦਰਹੁੱਡ ਦੀ ਸਮਝ ਨਹੀਂ ਆ ਰਹੀ, ਜਿਸ ਤਰ੍ਹਾਂ ਗ੍ਰੇਟਲੀ ਸਪਨਾ ਵਰਗੀਆਂ ਮਾਵਾਂ ਅਤੇ ਹੋਰ ਕਈ ਮਾਵਾਂ ਨੇ। ਸੋ ਪਲੀਜ਼ ਤੁਸੀਂ ਉਸਨੂੰ ਆਪਣੇ ਤੇ ਨਾ ਲਵੋ, ਯੂ ਆਰ ਗ੍ਰੇਟ, ਪਰ ਅਸੀਂ ਇਨ ਕਾਮਨ ਡਿਸਕਸ ਕਰ ਰਹੇ ਹਾਂ ਔਰ ਕਾਮਨ ਡਿਸਕਸ ਕਰਨ ਵੇਲੇ ਅਸੀਂ ਸਭ ਤੋਂ ਪਹਿਲਾ ਇਹ ਡਿਸਕਸ ਕਰ ਰਹੇ ਹਾਂ ਕਿ ਅਸੀਂ ਮਰਦਾਂ ਨੇ ਇਸਤਰੀਆਂ ਦੇ ਨੁਕਸ ਨਹੀਂ ਕੱਢਣੇ ਨੇ। ਅੱਜ ਤੇ ਮਦਰਸ ਡੇ ਹੈ ਤੇ ਮਾਵਾਂ ਡਿਸਕਸ ਕਰਨ ਕਿ ਕਿਹੜਾ ਮਦਰਹੁੱਡ ਦਾ ਐਂਗਲ ਨਹੀਂ ਠੀਕ ਤਰੀਕੇ ਨਾਲ ਜੀਵਿਆ ਜਾ ਰਿਹਾ ਤਾਂ ਕਿ ਬਾਕੀ ਮਾਵਾਂ ਉਹਨੂੰ ਠੀਕ ਤਰੀਕੇ ਨਾਲ ਜੀ ਸਕਣ। ਫੋਰ ਐਗਜ਼ਾਮਪਲ ਅਸੀਂ ਲਿਵਿੰਗ ਟ੍ਰੈਜਰੀ ਡਿਸਕਸ ਕਰਦੇ ਹਾਂ ਕਿ ਆਪਣੇ ਬੱਚੇ ਨੂੰ ਨਾ ਝਿੜਕੋ। ਅਸੀਂ ਇਹ ਵੀ ਡਿਸਕਸ ਕਰਦੇ ਹਾਂ ਕਿ ਆਪਣੇ ਬੱਚੇ ਨੂੰ ਦੂਜਿਆਂ ਦੇ ਬੱਚਿਆਂ ਦੇ ਸਾਹਮਣੇ ਲੈਟ ਡਾਊਨ ਨਾ ਕਰੋ। ਅਸੀਂ ਇਹ ਵੀ ਡਿਸਕਸ ਕਰਦੇ ਹਾਂ ਕਿ ਜੋ ਕੁਝ ਤੁਸੀਂ ਬੱਚੇ ਵਾਸਤੇ ਕੁੱਕ ਕੀਤਾ ਉਹਨੂੰ ਭਾਵ ਨਾਲ ਪਿਆਰ ਨਾਲ ਕੁੱਕ ਕਰੋ। ਡੋਂਟ ਡਿਪੈਂਡ ਔਨ ਮੇਡਸ, ਡੋਂਟ ਡਿਪੈਂਡ ਔਨ ਫਾਸਟ ਫੂਡ, ਡੋਂਟ ਡਿਪੈਂਡ ਔਨ ਆਰਡਰਿੰਗ ਔਰ ਘਰ ਫ੍ਰੀ ਡਿਲੀਵਰੀ ਲੈ ਕੇ ਫੂਡ ਬੱਚੇ ਨੂੰ ਦੇਣ ਦੀ ਬਜਾਏ ਆਪਣੀ ਮਦਰਹੁੱਡ ਨੂੰ ਨਰਚਰ ਕਰੋ, ਬੱਚੇ ਨੂੰ ਲਾਡ ਪਿਆਰ ਨਾਲ ਕੁੱਕ ਕਰਕੇ ਦਿਓ,
ਉਹਦੇ ਵਾਸਤੇ ਮੈਕਸਿਮਮ ਆਪਣਾ ਸਮਾਂ ਦਿਓ। ਪਿਓ ਨੂੰ ਵੀ ਦੇਣਾ ਚਾਹੀਦਾ ਹੈ। ਇਹ ਫਾਦਰਸ ਡੇ ਵਾਲੇ ਦਿਨ ਪਿਓ ਦੀ ਗੱਲ ਕਰਾਂਗੇ, ਪਰ ਅੱਜ ਅਸੀਂ ਆਈਡੀਅਲ ਮਦਰ ਇਸ ਅਰਥ ਨੂੰ ਦੇਣੀ ਹੈ, ਤੇ ਜੋ ਆਈਡੀਅਲ ਮਦਰਸ ਆਲਰੇਡੀ ਲਿਵ ਕਰ ਰਹੀਆਂ ਉਹਨਾਂ ਦਾ ਪੁਆਇੰਟ ਸਾਰਿਆਂ ਨਾਲ ਸਾਂਝ ਕਰਨਾ ਹੈ। ਤਾਂ ਜਿਹੜੀਆਂ ਆਈਡੀਅਲਸ ਨਹੀਂ ਹਨ ਉਹਨਾਂ ਨੂੰ ਰਿਕੁਐਸਟ ਵੀ ਕਰਨੀ ਹੈ ਕਿ ਬੱਚਿਆਂ ਨੂੰ ਨਾ ਝਿੜਕੋ, ਬੱਚਿਆਂ ਨੂੰ ਨਾ ਗੁੱਸਾ ਕਰੋ, ਬੱਚਿਆਂ ਨੂੰ ਦੂਸਰਿਆਂ ਸਾਹਮਣੇ ਲੈਟ ਡਾਊਨ ਨਾ ਕਰੋ, ਬੱਚਿਆਂ ਨੂੰ ਗੁੱਸੇ ਨਾਲ ਅੱਖਾਂ ਕੱਢ ਕੇ ਨਾ ਪਵੋ, ਬੱਚਿਆਂ ਨੂੰ ਦੁੱਧ ਪਿਲਾਉਣ ਵਾਸਤੇ ਹੋਮਵਰਕ ਕਰਾਉਣ ਵਾਸਤੇ ਬਾਬਾ ਆ ਜਾਏਗਾ, ਪੁਲਿਸ ਆ ਜਾਏਗੀ, ਕਮਰੇ में बंद कर देंगे, ਇਸ ਕਿਸਮ ਦੀਆਂ ਸਜ਼ਾਵਾਂ ਨਾ ਦਿਓ। ਮਾਂ ਦਾ ਨਾਂ ਵਰਤਣਾ ਚਾਹੀਦਾ ਹੈ ਰੱਬ ਦੇ ਬਰਾਬਰ। ਤਾਂ ਫਿਰ ਰੱਬ ਆਖਿਆ ਪਾਓ ਪਾਰ ਹੈ, ਰੱਬ ਜੀ ਮਿੱਠਾ ਬੋਲ, ਤਾਂ ਮਾਵਾਂ ਵੀ ਮਿੱਠਾ ਹੀ ਬੋਲਿਆ ਕਰਨ, ਭਾਖਿਆ ਪਾਓ ਪਾਰ ਹੀ ਕਰਨ। ਬੱਚੇ ਨੂੰ ਜੇ ਆਤ ਕਰੋਪ ਕਰੇ ਕਰ ਧਾਇਆ ਤਾਂ ਵੀ ਚੀਤ ਨਾ ਰਾਖਸ ਮਾਇਆ, ਬਾਣੀ ਚੋਂ ਸਿੱਖਦੇ ਹਾਂ। ਸੁਤ ਅਪਰਾਧ ਕਰਤ ਹੈ ਜੀਤੇ ਜੰਨੀ ਚੀਤ ਨਾ ਰਾਖਸ ਤੇਤੇ। ਮਾਂ ਮਾਫ ਕਰ ਦਿੰਦੀ ਹੈ ਨਾ, ਬਾਣੀ ਸਮਝਾ ਰਹੀ ਹੈ ਨਾ। ਸੋ ਅਸੀਂ ਇਹ ਵਾਲੀ ਜਾਚ ਸਾਰੇ ਸਿੱਖ ਰਹੇ ਹਾਂ। ਅਗੇਨ ਆਈ ਐਪਰੀਸ਼ੀਏਟ ਕਿ ਸਪਨਾ ਜੀ ਤੁਸੀਂ ਉਹਨੂੰ ਮੈਕਸਿਮਮ ਲਿਵ ਕਰ ਰਹੇ ਹੋ। ਤੁਹਾਡੀ ਮਦਰ ਇਨ ਲਾਅ ਵੀ ਤੁਹਾਡੇ ਨਾਲ, ਰਜਿੰਦਰ ਭੈਣ ਵੀ ਬਹੁਤ ਸੋਹਣਾ ਲਿਵ ਕਰ ਰਹੀ ਹੈ। ਜਿਹੜੇ ਘਰਾਂ ਚ ਨੂੰ ਸੱਸਾਂ ਠੀਕ ਨਹੀਂ ਲਿਵ ਕਰ ਰਹੀਆਂ, ਉਹ ਅੱਜ ਆਪਣਾ ਡਿਸਕਸ ਕਰਨ ਕਿ ਮੈਨੂੰ ਕਿਸ ਤਰ੍ਹਾਂ ਡੀਲ ਕਰਨਾ। वो अपने क्वेश्चंस लेकर आन। This is open platform. Living Treasure is known for such kind of topics, and we all will try solutions for that. ठीक है जी? Thank you, Veer ji. पर वीर जी, who am I to judge who is an ideal mother and who is not? I have an idea. I can judge you कि तुसी ideal mother हो। ऐसे I think मैंने खुद जज करना है अपने अंदर झांक के कि मैं किਵੇਂ। ओके मनु ऐ तुसी भी जज नहीं कर सकते मेरे अंदर की। मनु इतनी इजाजत दे दो कि मैं ਤੁਹਾਨੂੰ ਆਈਡੀਅਲ ਮਦਰ ਕਹਿ ਰਿਹਾ ਹਾਂ, ਤਾਂ ਮਨੂੰ ਚਾਂਸ ਦੇ ਦਿਓ। ਜੇ ਮੈਂ ਤੁਹਾਨੂੰ ਤੁਹਾਡੇ ਆਈਡੀਅਲਸ ਦੇ ਬਦਲੇ ਤੁਹਾਡੇ ਨੁਕਸ ਕੱਢਾਂ, ਉਹ ਵਾਲਾ ਮੈਨੂੰ ਹੱਕ ਨਹੀਂ ਹੈ। ਹਾਂਜੀ, ਤੇ ਮੈਂ ਉਸੇ ਪੁਆਇੰਟ ਤੇ ਬੋਲ ਰਹੀ ਸੀ ਕਿ ਮਦਰ ਦੀ ਪ੍ਰੇਜ਼ ਕਰਦੇ ਕਰਦੇ ਇੱਕਦਮ ਜਦ ਉਹ ਪੁਆਇੰਟ ਆਇਆ ਨਾ ਕਿ ਅੱਜਕੱਲ ਮਦਰਸ ਜਿਹੜੀ ਨੇ ਉਹ ਇਹ ਸਭ ਕਰ ਰਹੀਆਂ ਨੇ, ਤੇ ਇੱਕਦਮ ਉਹ ਮੈਂਟੈਲਿਟੀ ਹੀ ਚੇਂਜ ਹੋ ਜਾਂਦੀ ਹੈ। ਅੱਜਕੱਲ ਦੀ मतलब आजकल की मैं हूँ मदर, और प्रीवियसली मेरी मदर है या मेरी मदर इन लॉ है, तो आजकल में तो फिर मैं ही आ गई ना। हाँ ठीक है। पर्सनली टच ਜਿਹੜਾ ਮੈਂ ਪਿੱਛੇ ਬੋਲਿਆ ਨਾ, ਉਹਦੇ ਚ ਤੁਸੀਂ ਜੁਝਾਰ ਨੂੰ ਔਰ ਮੈਨੂੰ ਮਾਫ ਕਰ ਦਿਓ, ਤੁਸੀਂ ਉਹ ਵਾਲੀ ਅੱਜ ਕੱਲ ਵਾਲੀ ਮਦਰ ਨਹੀਂ ਹੋ। ਤੁਹਾਨੂੰ ਆਈਡੀਅਲ ਰਿਕਵੈਸਟ ਕਰ ਦਿੱਤੀ ਹੈ, ਤੁਸੀਂ ਜੀਨ ਪਾਓ, ਤੁਸੀਂ ਜੋ ਮਰਜ਼ੀ ਪਾਓ, ਪਰ ਤੁਸੀਂ ਆਈਡੀਅਲ ਜੀ ਰਹੇ ਹੋ। ਤੁਸੀਂ ਤੁਹਾਡੀ ਮਦਰ ਦੇ ਬਾਰੇ ਨਹੀਂ ਕਿਹਾ। ਹੁਣ ਤੁਸੀਂ ਮੈਨੂੰ ਦੱਸਣਾ ਕਿ ਕੁਝ ਲੇਡੀਜ਼ ਵੱਲੋਂ ਕੀ ਗਲਤੀ ਹੋ ਰਹੀ ਹੈ, ਤੁਸੀਂ ਦੱਸਣਾ। Do you agree ਕਿ ਕੁਝ ਲੇਡੀਜ਼ ਸਿਗਰਟ ਪੀ ਰਹੀਆਂ, ਉਹ ਅਸੀਂ ਨਹੀਂ ਉਹਨਾਂ ਤੇ ਬਲੇਮ ਲਾ ਰਹੇ, ਅਸੀਂ ਨਹੀਂ ਉਹਨਾਂ ਨੂੰ ਜੱਜ ਕਰ ਰਹੇ। ਤੁਸੀਂ ਮਾਰਕੀਟ ਵਿੱਚ ਕੁਝ ਲੇਡੀਜ਼ ਨੂੰ ਸਿਗਰਟ ਪੀਂਦਿਆਂ, ਸ਼ਰਾਬ ਪੀਂਦਿਆਂ, ਪਾਰਟੀਆਂ ਦੇ ਅੰਦਰ ਅਸ਼ਲੀਲ ਕੱਪੜੇ ਪਾਉਂਦਾ ਦੇਖਿਆ ਹੈ? बट अगर मैं मेरे फ्रेंड सर्कल ਵਿੱਚ ਬਹੁਤ ਮੇਰੀ ਫਰੈਂਡਸ ਨੇ ਜੋ ਸਭ ਕੁਝ ਇਹ ਸਭ ਕਰਦੇ ਨੇ, ਬਟ ਅਗਰ ਅਸੀਂ ਡਾਇਰੈਕਟਲੀ ਉਹਨਾਂ ਨੂੰ ਐਵੇਂ ਪਿਨਪੋਇੰਟ ਕਰਾਂਗੇ ਤੇ ਉਹ ਕਦੀ ਵੀ ਆਪਣਾ ਈਅਰ ਮੇਰੇ ਵਾਸਤੇ ਓਪਨ ਨਹੀਂ ਕਰਨਗੇ। ਉਹ ਕਹਿਣਗੇ ਤੂੰ ਇੱਕ ਡਿਫਰੈਂਟ ਥਾਟ ਪ੍ਰੋਸੈਸ ਕੀ ਹੈ, ਯੂ ਸਟੇ ਅਵੇ ਫਰਮ ਮੀ। ਹਾਂ, ਤਾਂ ਤੁਸੀਂ ਆਪਣੇ ਗ੍ਰੇਟ ਬਿਹੇਵੀਅਰ ਨਾਲ ਉਹਨਾਂ ਨਾਲ ਸਾਂਝ ਕਰ ਸਕਦੇ ਹੋ। ਵੈਰੀ ਗੁੱਡ। ਉਹ ਸ਼ੇਅਰ ਕਰੋ ਕਿ ਪਹਿਲਾਂ ਤਾਂ ਤੁਸੀਂ ਇਹਦਾ ਯੈਸ ਔਰ ਨੋ ਤੇ ਦੱਸੋ ਨਾ ਕਿ ਕੀ ਕੁਝ ਐਸੀਆਂ ਮਦਰਸ ਹਨ। ਡੈਫੀਨਿਟਲੀ ਹੈ। ਥੈਂਕ ਯੂ। ਹੁਣ ਤੁਸੀਂ ਸਾਨੂੰ ਆਈਡੀਆਜ਼ ਦੇਣੇ ਕਿ ਉਹ ਮਾਵਾਂ ਨਾਲ ਅਸੀਂ ਸਾਰੇ ਕਿਸ ਤਰ੍ਹਾਂ ਸਾਂਝ ਪਾਈਏ ਤਾਂ ਕਿ ਉਹ ਆਈਡੀਅਲ ਰਸਤੇ ਵਾਸਤੇ ਯੂ ਟਰਨ ਲੈ ਲੈਣ। ਤੁਹਾਨੂੰ ਤੁਹਾਡੀ ਮੰਮੀ
ਅਗਰ ਅਸੀਂ ਉਹਨਾਂ ਨੂੰ ਐਵੇਂ ਪਿਨ ਪੁਆਇੰਟ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਉਹ ਕਦੇ ਵੀ ਨਹੀਂ ਸੁਣਨਗੀਆਂ because they think that what they are doing. मैं सपना जी फिर माफी मंगदा जे पिन पॉइंट ਕੀਤਾ ਹੈ ਉਹਨੂੰ ਮਾਫ ਕਰ ਦਿਓ ਹੁਣ ਤੁਸੀਂ ਆਈਡੀਆ ਦਿਓ ਐਜ਼ ਅ ਫੀਮੇਲ ਐਜ਼ ਅ ਮਦਰ ਐਜ਼ ਅ ਨੂਰਾਨੀ ਐਜ਼ ਅ ਆਈਡੀਅਲ ਮਦਰ ਦੀ ਧੀ ਕਿ ਉਹਨਾਂ ਨਾਲ ਕਿਸ ਤਰ੍ਹਾਂ ਸਾਂਝ ਕਰੀਏ ਤਾਂ ਕਿ ਇਸ ਧਰਤੀ ਨੂੰ ਅਸੀਂ ਸੁਚੱਜੀ ਮਾਂ ਦੇ ਸਕੀਏ ਤੁਸੀਂ ਉਹਨੂੰ ਐਡਵਾਈਸ ਕਰਨਾ ਹੈ I think ਅਸੀਂ ਉਹਨਾਂ ਨਾਲ ਇਹੀ ਕਰ ਸਕਦੇ ਹਾਂ ਕਿ whatever I am enjoying in life, with my child, with my family, I can share with them, and then they have to decide for themselves कि whether it is right or wrong. ठीक है ਤੁਸੀਂ ਇਹਦੇ ਨਾਲ ਕੀ ਕਰੋ ਅੱਜ ਮਦਰਸ ਡੇ ਹੈ ਨਾ ਅਗਲੇ ਸਾਲ ਤੱਕ ਤੇ 365 ਦਿਨ ਹੋ ਜਾਣਗੇ ਪਰ ਅਸੀਂ ਹਰ ਵੀਕ ਵਿੱਚ ਇੱਕ ਜਾਂ ਦੋ ਵਾਰੀ ਕਲਾਸਾਂ ਕਰਾਂਗੇ ਨਾ ਆਨਲਾਈਨ ਤੇ ਤੁਸੀਂ ਇਹ ਡੇਲੀ ਨਾ ਇਹ ਗ੍ਰੇਟ ਪੁਆਇੰਟਸ ਨੋਟ ਕਰਦੇ ਜਾਓ ਔਰ ਸਾਡੇ ਨਾਲ ਸ਼ੇਅਰ ਕਰਦੇ ਜਾਓ ਠੀਕ ਹੈ ਜੀ ਥੈਂਕ ਯੂ ਹਾਂਜੀ ਥੈਂਕ ਯੂ ਹਾਂਜੀ ਨੈਕਸਟ Vijay, we have question from Sanidhya Sodhi ji. मैं उन्होंने रिक्वेस्ट ਕੀਤਾ ਸੀ ਉਹ ਪੁੱਛਣਾ ਚਾਹੁੰਦੇ ਨੇ ਬਟ ਉਹਨਾਂ ਨੇ ਕਿਹਾ ਕਿ ਉਹ ਰਾਈਟ ਕਰਕੇ ਹੀ ਪੁੱਛਣਾ ਚਾਹੁੰਦੇ ਨੇ ਤੁਸੀਂ ਵੀ ਪੜ੍ਹ ਸਕਦੇ ਹੋ ਚਾਹੋ otherwise I can read it for you. She said I requested she said it's better if you answer. I can't talk right now. You read out it's better सारे सुन लेंगे ना you read it out. Sorry. You read it out सारे संगत भी सुनेगी नहीं तो सब ਨੂੰ ਪੜਨਾ ਪਏਗਾ ਠੀਕ ਹੈ ਜੀ ਤਾਂ ਉਹ ਪੁੱਛ ਰਹੇ ਨੇ ਕਿ ਭੁਪਿੰਦਰ ਵੀਰ ਜੀ said कि ladies are just into makeup or kitties, so is it bad to do makeup or kitties or meeting friends? नहीं जी ਸੰਧਿਆ ਜੀ ਸਾਡੇ ਕੋਲ ਨਾ 24 ਆਵਰਸ ਹਨ ਔਰ ਉਹਨਾਂ ਚੋਂ ਅਸੀਂ ਆਈਡੀਅਲੀ 8 ਆਵਰਸ ਸੌਂਦੇ ਹਾਂ ਬਾਕੀ ਸਾਡੇ ਕੋਲ ਰਹਿ ਗਏ 16 ਘੰਟੇ ਚ ਅਸੀਂ ਆਪਣਾ ਨਹਾਉਣ ਧੋਣ ਤੋਂ ਲੈ ਕੇ ਕੋਈ ਯੋਗਾ ਵੀ ਕਰਦੇ ਨੇ ਕੋਈ ਵਾਕ ਤੇ ਵੀ ਜਾਂਦੇ ਨੇ ਕੋਈ ਜੌਬਸ ਤੇ ਵੀ ਜਾਂਦੇ ਨੇ ਤਾਂ ਸਾਡੇ ਕੋਲ ਡੇਲੀ ਰੂਟੀਨ ਟਾਈਮ ਘੱਟ ਰਹਿ ਜਾਂਦਾ ਹੈ ਇਹ ਜਿਹੜੇ ਪੁਆਇੰਟਸ ਤੁਸੀਂ ਹਾਈਲਾਈਟ ਕੀਤੇ ਨੇ ਜੇ ਪੁਆਇੰਟਸ ਆਈਡੀਅਲ ਮਦਰ ਬਣਨ ਵਾਸਤੇ ਰੁਕਾਵਟ ਨਹੀਂ ਨੇ ਔਰ ਉਸ ਦਾ ਕੀਮਤੀ ਟਾਈਮ ਜਿਸ ਨੂੰ ਅਸੀਂ ਕਹਾਂਗੇ ਕਿ ਕੀਮਤੀ ਟਾਈਮ ਸਪੈਂਡ ਕਰਨ ਵਾਸਤੇ ਉਹਦਾ ਟਾਈਮ ਵੇਸਟ ਨਹੀਂ ਕਰ ਰਹੇ ਨੇ ਉਹਦੀ એનર્ਜੀ ਇਹਨਾਂ ਕੰਮਾਂ 'ਚ ਡਿਪਲੀਟ ਨਹੀਂ ਹੋ ਰਹੀ ਹੈ ਤਾਂ ਕੈਰੀ ਔਨ ਵੀ ਕੈਨੋਟ ਸਟਾਪ ਐਨੀਬਡੀ ਕਿ ਉਹ ਫੈਸ਼ਨ ਕਿਉਂ ਕਰਦੇ ਨੇ ਉਹ ਕਿਉਂ ਬਿਊਟੀ ਪਾਰਲਰ ਜਾਂਦੇ ਨੇ ਉਹ ਕਿਉਂ ਕਿੱਟੀ ਜਾਂਦੇ ਨੇ ਮੁਬਾਰਕ ਹੈ ਹਰ ਕਿਸੇ ਕੋਲ ਆਪਣਾ ਬਰਥ ਰਾਈਟ ਹੈ ਅਸੀਂ ਆਈਡੀਅਲ ਮਦਰ ਕਿਸ ਤਰ੍ਹਾਂ ਬਣੀਦਾ ਉਹਦੇ ਬਾਰੇ ਡਿਸਕਸ ਕਰ ਰਹੇ ਹਾਂ ਤੁਸੀਂ ਸਾਨੂੰ ਉਹ ਗ੍ਰੇਟ ਪੁਆਇੰਟ ਸਮਝਾਓਗੇ ਅਸੀਂ ਤਾਂ ਨਹੀਂ ਨਾ ਕਹਿ ਸਕਦੇ ਕਿਸੇ ਨੂੰ ਕਿ ਤੁਸੀਂ ਕਿੱਟੀ ਨਾ ਜਾਓ ठीक है ना ये आप सोचना है कि एनर्जी डिप्लीट किथे हो एनर्जी जड़ा टाइम है मदरहुड दा वो जाया किथे हो बस थैंक यू वीर जी ਸਾਡੇ ਨਾਲ ਪੁਨੀਤ ਭਾਬੀ ਜੀ ਅਮਰੀਕਾ ਤੋਂ ਹਨ ਸੋ ਫਸਟ ਆਫ ਆਲ I would like to welcome her ਕਿ ਉਹਨਾਂ ਨੇ ਆਪਣਾ ਟਾਈਮ ਕੱਢਿਆ ਤੇ ਸਾਡੇ ਨਾਲ ਰੂਬਰੂ ਹੋਏ ਤੇ ਉਹ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਨੇ ਪੁਨੀਤ ਜੀ ਪਲੀਜ਼ ਯੂ ਕੈਨ ਸ਼ੇਅਰ ਤੁਹਾਡਾ ਮਾਈਕ ਅਨਮਿਊਟ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ एवरीवन so I was just listening ਮੈਂ ਸਾਰਿਆਂ ਦਾ thought process ਸੁਣ ਰਹੀ ਸੀ ਤੇ I just wanted to add a few things ਕਿ I think it's more of a cultural shift I think that we are talking about. Jana ne bhi question raise kita to I'm a young mother and
I do everything. I don't think it is pinpointing exactly कि तुसी अपनी ज़िंदगी विच रोज़मर्रा की ज़िंदगी विच की करदे हो कि and for everybody कि जिस तरह साडा अगर हाथ दुखदा है ते सानू तकलीफ होंदी है, so एक माँ दा एक biological connection होंदा है बच्चे नाल जो कि replicate शायद नहीं हो सकता. तुसी ठीक कह रहे हो, it is more of a जज्बा, but I think एक वो जो biological connection है जो रब ने कुदरती रूप से एक मां ਨੂੰ bless ਕੀਤਾ ਹੈ, ਉਹ I at least as a mother I feel कि वो duplicate नहीं हो सकता. But again I could be totally wrong, that's just my perception of it. But coming back to जो ਤੁਸੀਂ ਗੱਲ ਕਰ ਰਹੇ ਸੀ, ਹੁਣ ਅਸੀਂ ਇੱਥੇ ਅਮਰੀਕਾ ਚ ਰਹਿੰਦੇ ਹਾਂ, I work full time and I don't think कि किसी भी तरह तैयार होना गलत है या किसी भी तरह पार्लर जाना गलत है या की गलत है. I think it is more of a mindset. It's just you have to just think priorities की हैं ਤੁਹਾਡੀ ਜ਼ਿੰਦਗੀ ਵਿੱਚ. ਤੇ I will also go back परसों मैं गल करी सी किस्सा मैं डिस्कस करी सी अपनी डॉटर ਨਾਲ कि जितना भी ਅਸੀਂ ਗੱਲਾਂ करने हैं, we are still a highly male dominated society. And ਜੇ ਅਸੀਂ ਸੁਣਿਆ ਆਪਣੇ ਬਚਪਨ ਵਿੱਚ ਵੀ ਮਦਰਸ ਕਹਿੰਦੀਆਂ ਸੀ ਕਿ ਹਸਬੈਂਡ ਦਾ ਗੁੱਸਾ ਬੱਚੇ ਤੇ ਨਿਕਲਦਾ ਹੈ, ਬਿਕੋਜ਼ ਔਰਤ ਨੂੰ ਹਮੇਸ਼ਾ ਦਬਾਇਆ ਜਾਂਦਾ ਸੀ ਕਿ ਪਿਓ ਅੱਗੇ ਨਹੀਂ ਬੋਲਣਾ, ਭਰਾ ਅੱਗੇ ਨਹੀਂ ਬੋਲਣਾ, ਹਸਬੈਂਡ ਅੱਗੇ ਨਹੀਂ ਬੋਲਣਾ. ਸੋ ਕਿਹਦੇ ਅੱਗੇ ਬੋਲਣਾ ਜਿਹੜਾ ਤੁਹਾਡੇ ਤੋਂ ਨੀਵਾਂ ਹੈ, ਯੂ ਆਰ ਲੈਸ ਪਾਵਰਫੁਲ ਦੈਨ ਯੂ ਵਿਚ ਇਜ਼ ਯੋਰ ਚਾਈਲਡ. ਸੋ ਜੋ ਵੀਰ ਜੀ ਪੁਆਇੰਟ ਕਰ ਰਹੇ ਸੀ ਕਿ ਬੱਚੇ ਨੂੰ ਗੁੱਸਾ ਨਹੀਂ ਕਰਨਾ, ਆਈ ਡੋਂਟ ਥਿੰਕ ਕਿ ਕੋਈ ਮਾਂ ਚਾਹ ਕੇ ਆਪਣੇ ਬੱਚੇ ਨੂੰ ਗੁੱਸਾ ਕਰਦੀ ਹੈ. ਸਮਟਾਈਮਸ ਇਟ ਇਜ਼ ਸੋ ਸਰਕਮਸਟੈਂਸ਼ੀਅਲ ਕਿ ਉਹ ਕੜਾ ਭਰ ਜਾਂਦਾ ਹੈ ਤੇ ਹੋਰ ਕਿੱਥੇ ਨਿਕਲ ਨਹੀਂ ਸਕਦਾ. So it just comes out on your child. So there are a lot of little things, but and again it'll take us years to come to a point where father and mother are like equal, because even as when at the Khalsa schools program karne aa, I'm just going to give you an example. 90% ਸਾਡਾ staff female ਹੈ, ਪਰ ਜਦੋਂ ਵੀ ਗੁਰਦੁਆਰੇ ਦਾ ਪ੍ਰਬੰਧਕ ਸਟੇਜ ਤੇ ਖੜਾ ਹੋ ਕੇ ਬੋਲਦਾ ਹੈ, ਉਹ ਇਹ ਕਹਿੰਦਾ ਕਿ ਮੈਂ ਵੀਰਾਂ ਨੂੰ ਧੰਨਵਾਦ ਕਰਨਾ ਜਿਹੜਾ ਖਾਲਸਾ ਸਕੂਲ ਚਲਾ ਰਹੇ. So it is the irony, it is the so ਉਸ ਦਿਨ I had to say it. ਉਹਨਾਂ ਨੇ ਕਿਹਾ ਸਾਨੂੰ ਐਂਡ ਵਿੱਚ 5 ਮਿੰਟ ਮਿਲਣਗੇ. ਮੈਂ ਕਿਹਾ ਇੱਕ ਸ਼ਰਤ ਹੈ ਕਿ ਜੇ ਤੁਸੀਂ ਸਿਰਫ ਵੀਰਾਂ ਦੀ ਪ੍ਰਸ਼ੰਸਾ ਨਹੀਂ ਕਰੋਗੇ, ਬਿਕਾਜ਼ ਇੱਕੋ ਮੇਲ ਟੀਚਰ ਹੈ ਉਸ ਗਰੁੱਪ ਵਿੱਚ, ਬਾਕੀ ਸਭ ਫੀਮੇਲ ਟੀਚਰਸ ਹਨ. ਬਟ ਇਹ ਸਾਡਾ ਮਾਈਂਡਸੈਟ ਹੈ ਕਮਿੰਗ ਬੈਕ ਫਰਮ ਆਰ ਐਂਸੈਸਟਰਸ ਕਿ ਜਿੱਥੇ ਮੈਨ ਵਾਸ ਸਪੋਜ਼ਡ ਟੂ ਬੀ ਦ ਬ੍ਰੈਡ ਵਿਨਰ ਐਂਡ ਫੀਮੇਲ ਵਾਸ ਸਪੋਜ਼ਡ ਟੂ ਬੀ ਦ ਹੋਮ ਮੇਕਰ. ਸੋ ਸਾਰਾ ਪਲੜਾ ਆਦਮੀ ਦੇ ਲੈਵਲ ਤੇ ਸੀ. So I would request for an ideal mother to be, the husbands have a big role to play. If the husband can treat his wife with dignity, the wife will feel honored. Bacha karega nahi karega, but I think it has to start from somewhere. I'll give you an analogy. Veer ji bhi kai baar kehnde hain ki when say ki kudiyan bahar is tarah nahi jana chahiye, there are so many rapists, raat nu na aaye. Agar munde di maa sikha deve munde nu ki kudiyan nu kis tarah dekhna hai, why should everything fall on women? Why is the onus of every problem on a female? When will the time come when a man takes that power and says ki I am standing here for my wife or for my mother, and dare anybody treats my wife badly? I think it has to start from there. Asi sara kuch ikhtha karke women te pa denge, and women ਵਿਚਾਰੀ इतने ਸਾਲਾਂ ਤੋਂ ਲੈ ਕੇ ਆਪਣੇ ਸਿਰ ਤੇ ਪਾਰ ਚੱਲੀ ਜਾ ਰਹੀ ਹੈ ਕਿਉਂਕਿ ਇਹ ਸਿਖਾਇਆ ਜਾਂਦਾ ਹੈ ਕਿ ਵਿਆਹ ਕੇ ਜਾ ਰਹੇ ਹੋ ਬੇਟਾ ਉਸ ਘਰ ਤੋਂ ਤੇਰੀ ਅਰਥੀ ਨਿਕਲਣੀ ਚਾਹੀਦੀ ਹੈ. ਅਗਰ ਹਸਬੈਂਡ ਅਬਿਊਸਿਵ ਵੀ ਹੈ, ਸ਼ਰਾਬੀ ਵੀ ਹੈ, ਉਹ ਫਿਰ ਕਿੱਥੇ ਕੱਢੇਗੀ? ਉਹ ਬੱਚਿਆਂ ਤੇ ਹੀ ਕੱਢੇਗੀ. ਸੋ ਆਈ ਡੋਂਟ ਥਿੰਕ ਕਿ ਚਾਹ ਕੇ ਕੋਈ ਵੀ ਮਾਂ ਆਪਣੇ ਬੱਚੇ ਨੂੰ ਮਾਰਨਾ ਚਾਹੁੰਦੀ ਹੈ. ਹਾਲਾਤ ਸਿਚੁਏਸ਼ਨਸ ਸਾਨੂੰ ਕ੍ਰੀਏਟ ਕਰਨੀਆਂ ਚਾਹੀਦੀਆਂ ਕਿ ਮਦਰਸ ਵਿਲ ਬਿਕਮ ਆਈਡੀਅਲ. ਆਈ ਐਮ ਨਾਟ ਸੇਇੰਗ ਇਟ ਕਿਉਂਕਿ ਆਈ ਟੀਚ ਹਾਈ ਸਕੂਲ ਚਿਲड्रन और कई बच्चे अपनी फ्रस्ट्रेशन आके शेयर कर दें कि my father is so abusive to my mother, so I told my mother, you live your life, just let's separate, let's go away. And ਅਸੀਂ ਇਹੋ ਜਿਹੀ ਹਾਲਾਤ ਕ੍ਰੀਏਟ ਕਰੀਏ ਕਿ ਘਰਾਂ ਦਾ ਮਾਹੌਲ ਬੈਟਰ ਕਰੀਏ ਤਾਂ ਕਿ ਆਟੋਮੈਟਿਕਲੀ ਮਾਂ ਆਈਡੀਅਲ, ਮਾਂ ਤੇ ਬਣੀ ਆਈਡੀਅਲ ਸੀ. So we have to figure out why the mother is not ideal. I think that is a bigger point. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. Very well said ਜੀ. ਬਹੁਤ ਅੱਛਾ ਪੁਆਇੰਟ ਤੁਸੀਂ ਰੇਜ਼ ਕੀਤਾ ਹੈ ਕਿ ਅਸੀਂ ਕੁੜੀਆਂ ਨੂੰ ਜ਼ਰੂਰ ਇਹ ਗਾਈਡੈਂਸ ਦਿੰਦੇ ਹਾਂ, ਬਟ ਮੁੰਡਿਆਂ ਨੂੰ ਆਪਣੇ ਇਹ ਨਹੀਂ ਦੱਸਦੇ ਕਿ ਕੀ ਕਰਨਾ, ਹਾਊ ਟੂ ਟ੍ਰੀਟ ਅ ਵੂਮਨ, ਹਾਊ ਟੂ ਰਿਸਪੈਕਟ them. ਵੈਰੀ ਵੈਲਿਡ ਪੁਆਇੰਟ ਯੂ ਹੈਵ ਇਨਕੋਰਪੋਰੇਟਡ ਇਨ ਦਿਸ. ਮੈਂ ਰਿਕੁਐਸਟ ਕਰਾਂਗਾ ਸਰਦੀ ਹੈਗੇ ਨੇ ਸਾਡੇ ਨਾਲ ਸਤਿੰਦਰ ਜੀ ਬੰਬੇ ਤੋਂ, ਪਲੀਜ਼ ਤੁਸੀਂ ਵੀ ਕੁਝ ਸਾਂਝ ਕਰੋ. ਥੈਂਕ ਯੂ.
Yeah, I totally agree with what Angie said, but Yeah, wait. We can hear you. Please go ahead. okay. Yeah, I totally agree कि ਅਸੀਂ मतलब ਮਾਵਾਂ ਨੂੰ ਇੰਨਾ ਉੱਚਾ ਦਰਜਾ ਦੇ ਦਿੱਤਾ ਹੈ ਕਿ ਇਤਨਾ ਆਈਡੀਅਲ और इतनी मतलब क्वालिटीज इतनी ज्यादा दे देती है कि किथे ना किथे the father feels कि he is become free from all responsibilities कि जो भी करना है माँ दी रिस्पांसिबिलिटी है, बच्चे ਨੂੰ पालना है माँ दी रिस्पांसिबिलिटी, अनकंडीशनल लव दिखाना है माँ ਨੂੰ करना है, सैक्रिफाइस करना है माँ ਨੂੰ करना है. So किथे ना किथे प्यो feels कि मैं तो छुट गया, मैं तो फ्री हो गया. So it's not that. In bringing up the child, it's a joint responsibility of mother and father. And these are रब्बी गुण हे खाली माँ विच नहीं यानी हर इंसान विच है. प्यो विच भी उतनी ही अनकंडीशनल लव, उतना ही कंपैशन, उतना ही सैक्रिफाइस का जज्बा है जितना कि माँ विच है. Because this is not some gun that is given only to a mother. It is given to every human being because they are all रब्बी गुण. So each one needs to explore gun अपने अंदर explore करो और उसको use करो और dwell करो और उसको उत्ते लेके और अपने बच्चे दे पालने विच करो कि and don't give the onus only on the mother कि माँ दा ही रोल है कि माँ ਨੂੰ करना इतना आइडल बना के माँ ਨੂੰ इतना ऊंचा करता है कि बाकी सारे अपनी रिस्पांसिबिलिटी फ्री हो गए हैं. And very girl makeup and kitties and ये सब करन दी. I think ये अपने अपने घर दा every individual house दा अपना माहौल है जिते है. If you want कि female should not booze and not smoke, and that family the upbringing or output family the surrounding maybe उन्होंने कहा the men must be boozing, the men must be smoking or going out for parties. So इसका कि वो culture female में भी आ गया और आगे उन्होंने बच्चे में भी चला जाएगा. So you can't just blame the daughter-in-law or the mother responsible for it कि ओ जान दिए कितनी से वो कर दिए. Maybe husband also goes out with friends and chills out and all that. So see the totality की भी how this thing has come up. तो उसकी गलत है और की सही है इसमें. खाली blame करे या फिर expectation रखना कि माँ ਨੂੰ ये करना चाहिए. It is not right. I think it's a joint responsibility of mother and father. Thank you so much for the inputs. ਸਾਡੇ ਨਾਲ ਹਰਪ੍ਰੀਤ ਮੰਮੀ ਹੈਗੇ ਨੇ, ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਪਲੀਜ਼ ਉਹ ਵੀ ਸਾਡੇ ਨਾਲ ਸਾਥ ਦੇਣ ਪਲੀਜ਼. ਦੋ ਲਫ਼ਜ਼ ਪਲੀਜ਼ ਐ ਫਤਿਹ ਬੁਲਾ ਦਿਓ ਪਲੀਜ਼. ਨਾ ਹੀ ਚਲੇਗੀ ਅੱਜ ਫਤਿਹ ਤੇ ਬੁਲਾਣੀ ਪਏਗੀ ਪਲੀਜ਼. ਹਰਪ੍ਰੀਤ ਜੀ ਆਪਣੇ ਆਪ ਅਨਮਿਊਟ ਕਰੋ. ਥੈਂਕ ਯੂ. अच्छा बैठ. वाहिगुरु जी का खालसा वाहिगुरु जी की फतेह जी. फतेह फतेह. ज्ञान भी दे दो. और कोई साडे नाल साझ करना चाहता है तो प्लीज यू कैन रेज हैंड. नहीं तो एक सवाल आया सी वो ले सकते हैं. मैं शेयरिंग कर सकदा जुजार. गो अहेड सुप्रीत जी गो अहेड. वाहिगुरु जी का खालसा वाहिगुरु जी की फतेह. मैन डोमिनेटेड सोसाइटी. प्लीज म्यूट कर दो, कुछ डिस्टरबेंस आ रही है इधर भी. मैं कहना चाह रहा सी कि ਅਸੀਂ ਸਾਰੇ ਗੱਲ ਕਰ ਰਹੇ ਹਾਂ. ਮੈਂ ਇਸ ਤੋਂ ਇਹ ਸਮਝਦਾ ਕਿ ਜਦੋਂ ਅਸੀਂ ਮਨੁੱਖ ਹੈਗੇ ਆ ਤੇ ਨਾ ਸਾਡੇ ਅੰਦਰ 5 ਚੀਜ਼ਾਂ ਨੇ ਜੋ ਗੁਰਬਾਣੀ ਬੋਲਦੀ ਏ. ਇਸ ਦੇਹੀ ਅੰਦਰ 5 ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ. ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ ਕੋਈ ਨਾ ਸੁਣੇ ਪੁਕਾਰਾ. ਇਹ ਮੈਨੂੰ ਹਰ ਸਮੇਂ ਲੁੱਟਦੇ ਰਹਿੰਦੇ ਨੇ ਤੇ ਜੋ ਮੈਨੂੰ ਗੁਰਬਾਣੀ ਦੇ ਵਿੱਚੋਂ ਜੀਵਨ ਜੀਣ ਦੀ ਜਾਂਚ ਏ ਉਹ ਮੈਂ ਨਹੀਂ ਲੈ ਪਾਉਂਦਾ ਕਿਉਂਕਿ ਮੈਨੂੰ ਇੱਕ ਜਨਮ ਮਿਲਿਆ ਤੇ ਹੁਣ ਮੈਨੂੰ ਨਾ ਇੱਕ ਮਾਤਾ ਵੀ ਮਿਲੀ ਹੈ. ਤੇ ਮਾਤਾ ਕਿਹੜੀ ਹੋਣੀ ਹੈ? ਮਾਤਾ ਮਤ ਪਿਤਾ ਸੰਤੋਖ. ਇਹ ਮੈਂ ਆਪਣੇ ਆਪ 'ਚ ਸਮਝਦਾ ਹਾਂ. ਬਟ ਉਹ ਮਾਤਾ ਜੋ ਏ ਉਹ ਮੱਤ ਕਿਹੜੀ ਏ? ਉਹ ਇਹ ਵਾਲੀ ਮੱਤ ਏ ਜੋ ਮੈਂ ਸੋਚਿਆ गुर की मत तू ले आने भगत बिना वो डोबे सियाने. मैं गुरु दी मत लवा और भगत करा. वो जो गुण ने विण गुण कीते भगत ना होई वाले गुण मैं अपने अंदर लैके आवा ते मैनू गुरु दी मत आ रही है. ते जब मैनू गुरु दी मत आएगी जब मैं समझाऊंगा कि मेरे नाल वाला जो बच्चा है, जो मेरा हस्बैंड है, जो मेरी वाइफ है, नो जेंडर डिस्क्रिमिनेशन. किसी दे जिस तरह बोलिया गया कि
ਹਸਬੈਂਡ ਸਿਰਫ ਫੋਰਸ ਕਰਦੇ ਨੇ ਕਿ ਵਾਈਫ ਦੇ ਉੱਤੇ ਸਾਰੀ ਚੀਜ਼ਾਂ ਆ ਜਾਣ। ਹਸਬੈਂਡ ਨੂੰ ਟੀਚ ਕੀਤਾ ਜਾਵੇ, ਮਤਲਬ ਮੁੰਡਿਆਂ ਨੂੰ ਟੀਚ ਕੀਤਾ ਜਾਵੇ ਕਿ ਕੁੜੀਆਂ ਨਾਲ ਕਿਸ ਤਰ੍ਹਾਂ ਬਿਹੇਵ ਕਰਨਾ ਹੈ। ਜਾਂ ਲੇਡੀਜ਼ ਬਾਰੇ ਜਾਰਵੀਰ ਜੀ ਨੇ ਮੈਂਸ਼ਨ ਕੀਤਾ ਕਿ ਉਹ ਪੀਜ਼ਾ ਬਰਗਰ ਵਾਸਤੇ ਜਾ ਰਹੀਆਂ ਨੇ, ਬੱਚਿਆਂ ਨੂੰ ਗੁਣ ਨਹੀਂ ਦੇ ਰਹੇ। ਇਹ ਗੱਲ ਤੇ ਅਸੀਂ ਸੁਣ ਲਈ ਔਰ ਸਮਝ ਲਈ। ਹੁਣ ਅਸੀਂ ਇਹਦਾ ਕਨਕਲੂਜਨ ਮੈਂ ਕਿਸ ਤਰ੍ਹਾਂ ਲੈਣਾ ਗੁਰਬਾਣੀ ਤੋਂ, ਉਹਦੇ ਬਾਰੇ ਮੈਂ ਤੁਹਾਡੇ ਨਾਲ ਸ਼ੇਅਰਿੰਗ ਕਰਨਾ ਚਾਹੁੰਦਾ। ਜਿਵੇਂ ਮਾਂ ਇੱਕ ਬੱਚੇ ਨੂੰ ਦੁੱਧ ਪਿਆਉਂਦੀ ਹੈ ਨਾ, ਉਸ ਤਰ੍ਹਾਂ ਸਾਨੂੰ ਗੁਰਬਾਣੀ ਵੀ ਦੱਸਦੀ ਹੈ। ਗੁਰਬਾਣੀ ਕਹਿੰਦੀ ਹੈ दूध पियो गोबिंदे राय। ਸੰਤੋਖ ਪਿਤਾ ਹੈਗਾ, ਦੁੱਧ ਮਾਂ ਨੇ ਪਿਆਣਾ ਹੈ। ਜਦ ਮੈਨੂੰ ਗੁਰੂ ਦੇ ਗੁਣ ਆ ਜਾਂਦੇ ਨੇ ਤੇ ਮੇਰਾ ਮਨ ਪਤੀਚ ਜਾਂਦਾ ਹੈ। ਫਿਰ ਮੈਂ ਹਰ ਚੀਜ਼ ਨੂੰ, ਹਰ ਇੱਕ ਇਨਸਾਨ ਨੂੰ ਐਜ਼ ਅ ਹਿਊਮਨ ਬੀਇੰਗ ਟਰੀਟ ਕਰਨ ਲੱਗਾ। ਜਿਸ ਤਰ੍ਹਾਂ ਸਪੋਜ਼ ਕਰੋ, ਮੈਂ ਆਪਣਾ ਐਗਜ਼ਾਮਪਲ ਦਿੰਦਾ। ਪਹਿਲਾਂ ਮੈਂ ਨਾ ਆਪਣੇ ਪਿਤਾ ਜੀ ਨਾਲ ਲੜਦਾ ਸੀ ਕਿ ਮੇਰੇ ਪਿਤਾ ਜੀ ਮੈਨੂੰ ਕਹਿੰਦੇ ਸੀ ਤੂੰ ਗੱਡੀ ਧੀਰੇ ਚਲਾ। ਮੈਂ ਉਹਨਾਂ ਨੂੰ ਕਹਿੰਦਾ ਸੀ ਕਿ ਤੁਸੀਂ ਨਾ ਇਹ ਨਾ ਸਮਝੋ ਕਿ ਮੈਂ ਅਣਜਾਣ ਆ, ਮੈਨੂੰ ਵੀ 8 ਸਾਲ ਹੋ ਗਏ ਨੇ ਗੱਡੀ ਚਲਾਉਂਦੇ ਹੋਏ। ਫਿਰ ਮੈਨੂੰ ਸਮਝ ਆਇਆ ਜਦ ਕਿ ਉਹ ਮੇਰੇ ਵਾਸਤੇ ਕੰਸਰਨ ਸ਼ੇਅਰ ਕਰ ਰਹੇ ਨੇ, ਸੁਪਰੀਤ ਦੈਟ ਆਈ ਲਵ ਯੂ, ਤੂੰ ਗੱਡੀ ਧਿਆਨ ਨਾਲ ਚਲਾ ਕਿਉਂਕਿ ਮੈਂ ਨਹੀਂ ਤੈਨੂੰ ਖੋਣਾ ਚਾਹੁੰਦਾ। ਉਸ ਤੋਂ ਬਾਅਦ ਅਸੀਂ ਇਹ ਕਿਧਰੋਂ ਸਮਝਿਆ, ਇਹ ਅਸੀਂ ਸਮਝਿਆ ਗੁਰੂ की मत ਲੈਣ ਤੋਂ ਬਾਅਦ। ਮੈਂ ਆਪਣੇ ਵਾਸਤੇ ਕਹਿੰਦਾ। ਫਿਰ दूध पियो मेरो मन पति आए। उस तो बाद ना पंक्ति आदि है, नहीं तो घर को बाप रिसाए। नहीं ते मेरे जिन्ने भी गुण ने ना वो निकल जाणगे अगर मैं कंटेंटमेंट वल पिता संतोख वर्गा नहीं बनदा। और माँ ते मैनू दुध पिया रही है ना। ते रहराज साहब दी बाणी विच भी आंदा है, हर बिसरत तेरे गुण दलिया। परमात्मा ਦਾ ਗੁਣ ਮੈਨੂੰ ਸਮਝ ਆਉਂਦਾ ਹੈ ਕਿ ਸਭ ਨੂੰ ਇਕੁਐਲਿਟੀ ਦੇ ਤਰ੍ਹਾਂ ਨਾਲ ਦੇਖਣਾ, ਸਭ ਨੂੰ ਇਕੁਅਲ ਦਰਜਾ ਦੇਣਾ। ਤੇ ਹੁਣ ਮੇਰੀਆਂ ਭੈਣਾਂ ਕਹਿ ਰਹੀਆਂ ਸਨ ਕਿ ਸਾਨੂੰ ਪਾਰਲਰ ਜਾਣਾ ਚਾਹੀਦਾ ਹੈ, ਕਿੱਟੀ ਤੇ ਜਾਣਾ ਚਾਹੀਦਾ ਹੈ, ਜਾਂ ਸ਼ਿੰਗਾਰ ਕਰਨਾ ਚਾਹੀਦਾ ਹੈ, ਨਹੀਂ ਕਰਨਾ ਚਾਹੀਦਾ। ਉਹ ਨਾ ਦੁਨਿਆਵੀ ਪੱਖ ਹੈ, ਉਹ ਤੁਸੀਂ ਕਰ ਸਕਦੇ ਹੋ, ਨੋ ਪ੍ਰੋਬਲਮ। ਤੁਹਾਡਾ ਜਿਸ ਤਰ੍ਹਾਂ ਮਨ ਕਰੇ। ਅਸੀਂ ਕਿਸੇ ਦੀ ਰਾਈਟਸ ਨੂੰ ਨਹੀਂ ਵਾਇਲੇਟ ਕਰ ਸਕਦੇ, ਬਟ ਹਾਂ ਅਸੀਂ ਇਹ ਜ਼ਰੂਰ ਬਾਣੀ ਤੋਂ ਪੁੱਛ ਸਕਦੇ ਹਾਂ, ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ। ਫਿਰ ਉਹ ਕਹਿੰਦੇ ਨੇ ਸਹਿਜ ਸੰਤੋਖ ਲਾਰਿਆ ਮਿੱਠਾ ਬੋਲਣੀ। ਗੁਰੂ ਦੇ ਗੁਣਾਂ ਨੂੰ ਲੈ ਕੇ ਮੈਂ ਸਹਿਜ ਸੰਤੋਖ ਨਾਲ ਗੁਰੂ ਕੀ ਮੱਤ ਲੈ ਕੇ मैं अपने आप को शिंगार लिया। और nobody is pointing me कि तू जा रही है किट्टी ते या तू जा रहा है किट्टी ते, तू तैयार होने में टाइम लगा दे। When my all duties are completed according to what is required, ते वो सहज संतोख शिंगारिया मिठा बोलनी नाल होएगा। जब मैं कंटेंटमेंट दा दूध पियांगा, मेरी माता वाली मत और पिता वाला संतोख मैं एक्सेप्ट करांगा, अपने संतोख पिता वाल जाऊंगा। थैंक यू। मेरी शेयरिंग ਇੰਨੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਮੈਂ ਪਹਿਲੇ ਤੇ ਸੁਪ੍ਰੀਤ ਵੀਰ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੇ ਨਾਲ ਇੰਨੇ ਕੀਮਤੀ ਪੁਆਇੰਟ ਸਾਂਝੇ ਕੀਤੇ। ਤੇ ਜਿਵੇਂ ਕਿ ਸਾਡੇ ਕੋਲ ਟਾਈਮ ਦੀ ਬਹੁਤ ਥੋੜ ਹੈ ਤੇ ਬਾਈ 9:20 ਵੀ ਵਿਲ ਕਨਕਲੂਡ ਟੁਡੇਜ਼ ਪ੍ਰੋਗਰਾਮ। ਤੇ ਮੈਂ ਪਹਿਲੇ ਤੇ ਵੀਰ ਜੀ ਨੂੰ ਰਿਕੁਐਸਟ ਕਰਨਾ ਚਾਹਾਂਗਾ ਕਿ ਉਹਨਾਂ ਨੇ ਪੁਨੀਤ ਭੈਣ ਜੀ ਨੂੰ ਤੇ ਬੰਬੇ ਤੋਂ ਸਤਵਿੰਦਰ ਭੈਣ ਜੀ ਨੂੰ ਸੁਣਿਆ, ਤੇ ਜੇਕਰ ਉਹ ਉਹਨਾਂ ਦੀ ਗੱਲ ਬਾਰੇ ਕੁਝ ਐਡ ਕਰਨਾ ਚਾਹੁੰਦੇ ਨੇ ਤਾਂ ਪਲੀਜ਼ ਐਡ। ਅਦਰਵਾਈਜ਼ ਇੰਦਰਪਾਲ ਕੌਰ ਜੀ ਸਾਡੇ ਨਾਲ ਕੈਨੇਡਾ ਤੋਂ ਅਵੇਲੇਬਲ ਹਨ, ਉਹ ਆਪਣੇ ਵਿਊਜ਼ ਸ਼ੇਅਰ ਕਰਨਾ ਚਾਹੁੰਦੇ ਨੇ। मैं सपना और भावना, सतिंदर जी बॉम्बे और पुनीत कौर न्यू जर्सी तो जिन्हों ने शेयर किया, मैं सारिਆਂ ਦਾ ਧੰਨਵਾਦੀ ਹਾਂ। और साडी ਜਿਹੜੀ ਸਾਦੀਆ ਸੋਡੀ ਭੈਣ ਜੀ ਨੇ ਕੁਐਸਚਨ ਕੀਤਾ, ਉਹਨਾਂ ਦਾ ਵੀ ਧੰਨਵਾਦੀ ਹਾਂ। ਸਭ ਨੇ ਆਪਣੇ ਵੱਲੋਂ ਸ਼ੇਅਰਿੰਗ ਕੀਤੀ, ਥੈਂਕਸ ਅ ਲੋਟ।
ਅਸੀਂ ਕਿਸੇ ਨੂੰ ਜੱਜ ਕਰਨ ਨਹੀਂ ਬੈਠੇ ਹਾਂ। ਤੇ ਮੈਂ ਇਤਨੀ ਹੀ ਸ਼ੇਅਰਿੰਗ ਕਰ ਸਕਦਾ ਹਾਂ ਕਿ ਅੱਜ ਅਸੀਂ ਆਈਡੀਅਲ ਮਦਰਸ ਜੇ ਮਨਾ ਰਹੇ ਹਾਂ ਨਾ, ਆਈਡੀਅਲ ਮਦਰ ਇਸ ਅਰਥ ਨੂੰ ਆਉਣ ਵਾਲੇ ਇਸ ਸਾਰੇ ਫਿਊਚਰ ਕਿਵੇਂ ਦੇ ਸਕਦਾ, ਉਹ ਵਾਲੇ ਗੁੱਡ ਕੁਆਲਿਟੀਜ਼ ਆਫ ਆਈਡੀਅਲ ਮਦਰ ਡਿਸਕਸ ਕਰੀਏ ਤਾਂ ਸਾਡਾ ਸਾਰਿਆਂ ਦਾ ਬੈਨੀਫਿਟ ਹੋ ਸਕਦਾ ਹੈ। ਤੇ ਫਿਰ ਇਹ ਰਿਕੁਐਸਟ ਕਰਾਂਗਾ ਕਿ ਇਹ ਸਿਰਫ ਸ਼ੇਅਰ ਕਰਨ ਵਾਸਤੇ, ਇਸ ਵੇਲੇ ਲੈਕਚਰ ਝਾੜਨ ਵਾਸਤੇ ਇਹ ਪ੍ਰੋਗਰਾਮ ਨਹੀਂ ਹੈ। ਅਸੀਂ ਅੱਜ ਮਦਰਸ, ਆਈਡੀਅਲ ਮਦਰ ਦੇ ਗੁਣ ਸਿੱਖ ਕੇ ਸਾਰੀ ਉਮਰ ਰੋਜ਼ ਮਦਰਸ ਡੇ ਬਣਾਉਣਾ ਹੈ। ਉਹ ਕਿਸ ਤਰ੍ਹਾਂ ਸਿੱਖ ਸਕਦੇ ਹਾਂ, ਉਹ ਆਈਡੀਅਲਸ ਦੀ ਗੱਲ ਸਾਂਝ ਕਰੀਏ ਪਲੀਜ਼। So now, thank you, Veer ji. Now I would request Inderpal ji from Canada. Vaheguru ji ka Khalsa, Vaheguru ji ki Fateh. Please share your views. ਮੈਨੂੰ ਦੱਸੋ ਮੇਰੀ ਆਵਾਜ਼ ਕਲੀਅਰ ਹੈ? ਸੌਰੀ ਮੈਂ ਵੀਡੀਓ ਜੀ ਆ ਰਹੀ ਹੈ। ਓਕੇ ਜੀ, ਮੈਂ ਲਾਸਟ ਮਿੰਟ ਮੈਨੂੰ ਮੈਸੇਜ ਆਇਆ ਤੇ ਮੈਂ ਇਨ ਬਿਟਵੀਨ ਆਈ ਹਾਂ, ਸੋ ਆਈ ਐਮ ਸਟਿਲ ਨਾਈਟ ਸੂਟ, ਇਸ ਕਰਕੇ ਵੀਡੀਓ ਨਹੀਂ ਹੋ ਸਕਦੀ। but topic is definitely doing very well, I would say ਸਾਰੀਆਂ dimensions ਨੂੰ touch ਕਰ ਰਹੇ ਹਾਂ। perhaps the way ਜਿਵੇਂ ਲਾਸਟ ਵਿੱਚ ਕਿਹਾ ਗਿਆ ਹੈ ਕਿਸੇ ਆਈਡੀਅਲ ਮਦਰਸ ਦੇ ਗੁਣ ਨੂੰ ਬਾਹਰ ਲਿਆਈਏ, ਜੋ ਮੇਰੀ ਆਪਣੀ perception ਹੈ, this world, this universe is already moving towards idealism in nature's graph. It might be surprising to some of us कि नहीं ਇਹ ਦੁਨੀਆ devastation ਵੱਲ ਜਾ ਰਹੀ ਹੈ, but ਤੁਸੀਂ ਇਹ ਦੇਖੋ holistic approach ਦੇ ਵਿੱਚ west and eastern graph ਕਿਵੇਂ ਆਪਣੇ ਆਪ ਦੇ ਵਿੱਚ mold ਹੋ ਰਹੇ ਨੇ। west ਨੂੰ follow ਕੀਤਾ ਗਿਆ and now west is following so many different ways of eastern. I'm using the word Eastern, but I mean the spiritualism, the idealism. I'm talking the holistic concept palle. Sometimes ਅਸੀਂ ਨੇੜੇ ਬੈਠ ਕੇ ਇਸ ਚੀਜ਼ ਨੂੰ face ਨਹੀਂ ਕਰ ਸਕਦੇ। As Puneet said one thing, she works among the different race groups and she perceives the world differently. ਸਾਡੇ ਵਿੱਚੋਂ ਕਈਆਂ ਦੇ ਫਰੈਂਡਸ ਨੇ ਜਿਹੜੇ ਦੇਖਦੇ ਨੇ ਅਸੀਂ ਟੇਬਲ ਤੇ ਬੈਠਦੇ ਹਾਂ across and they order their beer before they start their dinner. So ਹਰ ਕੋਈ ਆਪਣੀ practical ਉਸ ਦੇ ਵਿੱਚੋਂ ਉਸਨੂੰ perceive ਕਰਕੇ complete ਦੁਨੀਆ ਦੀ movement ਸਮਝ ਲੈਂਦਾ ਹੈ। Am I right? But ਜੇ ਅਸੀਂ holistic approach ਵਿੱਚ ਦੇਖੀਏ ਤੇ definitely we will find ਕਿ ਅੱਤ ਹੋ ਚੁੱਕੀ ਹੈ ਅੰਦਰ ਦੀ, and people are moving towards the sober life. Definitely ਸਾਨੂੰ ignore ਨਹੀਂ ਕਰਨਾ ਚਾਹੀਦਾ। if I try to bring examples ਤਾਂ ਬਹੁਤ ਲੰਬਾ ਪ੍ਰੋਗਰਾਮ ਹੋ ਜਾਏਗਾ, ਪਰ ਇਸਨੂੰ ਹੁਣ ਅਸੀਂ specifically ਕਿਸ ਤਰ੍ਹਾਂ ਗੱਲ ਕਰੀਏ। ਇੱਕ ਛੋਟਾ ਜਿਹਾ example ਲਾਈਫ ਦੇ ਆਫ ਦਾ ਮੈਂ ਸ਼ੇਅਰ ਕਰਦੀ ਹਾਂ before I bring back my focus, ਕਿ ਦੁਨੀਆ ਦੇ ਵਿੱਚ ਜੇ ਟ੍ਰਾਂਜੀਸ਼ਨ ਹੁੰਦੀ ਹੈ ਸਮ ਟਾਈਮ ਤੋਂ ਮੇਜਰ ਲੈਵਲ ਦੇ ਉੱਤੇ ਵਰਲਡ ਵਾਰਸ ਹੁੰਦੀਆਂ ਨੇ ਤੇ ਉਹਨਾਂ ਦੇ ਟਾਈਮ ਮੇਜਰ ਸ਼ਿਫਟ ਹੋ ਜਾਂਦਾ ਹੈ। ਮੇਜਰ ਸ਼ਿਫਟ ਹੋਣ ਦਾ ਮਤਲਬ ਹੈ ਜਦੋਂ ਮਨੁੱਖ ਨੂੰ ਆਪਣੀ ਇਕਨੋਮਿਕ ਲਾਈਫ ਦਾ ਫਰਕ ਸਿੱਧਾ ਸਾਹਮਣੇ ਚੈਲੰਜ ਦਿਖਦਾ ਹੈ, all the goodness that is buried down deep, and as the life moves ਉਹ ਜਿਹੜੀ buried down deep ਹੁੰਦੀ ਹੈ ਉੱਥੇ ਰਹਿ ਜਾਂਦੀ ਹੈ। and for example now the technology came, so the whole whole energy was directed towards that कि success की definition ही change हो गई। so I'm just putting a stress कि हो गई। so now किसी भी मनुख ਨੂੰ idealism ਵੱਲ ਜਾਣਾ ਹੈ, ਜੇ ਮਦਰ ਨੇ ਵਾਪਸ ਉਸਨੂੰ ਲੈਣਾ ਤਾਂ success definition ਨੂੰ revisit ਕਰੇਗਾ ਮਨੁੱਖ ਤਾਂ ਹੀ ਉਧਰ ਵੱਧ ਸਕਦਾ ਹੈ। now ਇਸ ਨੂੰ ਹੋਰ ਕਲੋਜ਼ ਮੈਂ ਲੈ ਕੇ ਜਾਵਾਂ
For example, putting it very clear to now the personal focus. ਜਦੋਂ ਮੇਰਾ baby born ਹੋਇਆ ਸੀ, I had no definition, clear definition of success. The clear, I would say. So ਉਹਦੇ accordingly ਮੇਰੀਆਂ life ਦੀਆਂ choices ਬਣੀਆਂ। जो transition ਹੋਇਆ, वक्त बदलिया, मेरे mind ने अपनी definition clear ਕੀਤਾ, seeing the word, अरे come on, people have the medical degrees, people have the higher stuff in their life, still they end up into depression so quickly. What is missing card? मेरी observation method start हो गया। So many things I started collecting कि पता लग गया यार life का focus ना clear होना चाहिए, otherwise you will end up into these petty things, and idealism तो अजे बहुत दूर दी गल है। So as the focus started like very clear, ਉਹਦੇ ਵਿੱਚੋਂ ਫਿਰ ਜੋ ਅਸੀਂ ਬੱਚੇ ਦੇ ਨਾਲ ਸਾਂਝ ਕਰ ਰਹੇ ਸੀ ਨਾ, ਉਸ clarity ਵਿੱਚੋਂ ਬਾਹਰ ਆਣਾ ਸ਼ੁਰੂ ਹੋਇਆ। ਹੁਣ ਮੈਂ ਇੱਕ interesting, I have many personal examples, but ਚूंकि ਅਸੀਂ again focus is on the ideal mother ਕਰ ਰਹੇ ਹਾਂ, and perhaps I would say I'm still heading towards that. That's a beautiful journey. Idealism नहीं पहुंचेगा, ऐसी खत्म हो जाएगा, but उधर वाल move करना is a beautiful resonance of our energy. मैं एक personal example शुरू कर दिया, शायद I think that will help us कि हर mother सोचेगी कि perhaps वो जो मैं अपने personal thousands of examples create कर सकती हूँ to bring up my own baby. मैंने बड़ा शौक सी कि जिवें मेरे पापा जी ने मैनू गुरु ग्रंथ साहिब पढ़ाया है, इसी तरीके दे नाल मैं अपने बच्चे नू गुरु ग्रंथ साहिब पढ़ावां। नाउ मेरा बच्चा किसी सिख स्कूल विच नहीं गया, गाए बगाए उठदे बैठदे उन्नू मैं ऊड़ा आड़ा सिखा दिता। We reached to that level, I had no support from anywhere. I reached to the level कि जिथे उन्नू टुटा टुटा गुरु ग्रंथ साहिब जी भी पढ़ना आ गया। Now in this country जिथे so many challenges ने, बच्चा teenage age है, now the choices are different। मां वास्ते challenge है कि मैं further grow किवें करा, but मेरी वो तीव्र तांग कि ए idealism वाल लैके जांदा है, मैं इसनू पढ़ाना है, वो बरकरार रही। हुण मैं अपने बच्चे नू कहंदी सी, बेटा आओ एक शब्द पढ़िए, जो कि आज भी ਅਸੀਂ डेट विच कर रहे हैं, हफ्ते विच एक दिन होवे, आओ बच्चा एक शब्द पढ़िए। And you know what? My child used to delay it for weeks, and now the challenge is on me कि मैं बच्चे नू मार पकड़ के पढ़ाना है यल करके, या मेरे को अपार पेशेंस चाहिए है till he turns back to me, हाँ माँ पढ़ाओ। So my job was always, बेटा वो से शब्द पढ़ना है, oh yes I'm going to be there today, tomorrow। इस तरह पता है जो 2 weeks निकल जाते सी ना, रात के 10 बजे जब मैं मंजी ते होंदी सी ना, suddenly he used to come with पोथी, शब्द पढ़ा दोगे। Now again challenge, should I yell on him? Should I tell him, don't you know I'm sleeping? Or should I just sit up with all the passion? Keep in mind the definition of success, right? मेरे mind दे विच definition of success कर चुकी सी की हुंदी है। I was very clear, but not anyone's, my personal। And मैं उठ के बैठ जांदी सी, हाँ बेटा शब्द पढ़दे हैं, जो मेरी एनर्जी थोड़ी जी होनी उदे विच उन्हें जिन्ना पढ़ना पढ़ा के ना उसमें पेश। We are really sorry because we are I'm done. I am done. I had to finish my talk with one example, right? Not just talking. We are really thankful to you. The only challenge is that give me half a minute to wind up. Give me half a minute, 30 seconds to wind up. Please. So what I'm saying is now, perhaps we have to see many different spectrums of life। सानू दुनिया नू देखना है, and ए वाला जिहड़ा सबर है ना, ए वाला जिहड़ा गोल है, I think जे ए अखां तो ओले नहीं होंदा, ते perhaps we can succeed
my example is just one example, and I am still very far away from so many other ideal examples which I can be. बहुत बहुत धन्यवाद. Thank you. We are really thankful to you, and I would request everyone कि ਸਾਡੇ ਕੋਲ ਅਮਨ ਜੀ ਜੀ ਜੋ ਇੰਦਰਪਾਲ ਭੈਣ ਜੀ ਨੇ ਡਿਸਕਸ ਕੀਤਾ ਨਾ, ਉਹਦੇ ਚੋਂ ਅਸੀਂ ਕੋਈ ਕੈ ਪਿਕਅਪ ਕਰ ਲਈਏ ਕਿ ਸ਼ੀ ਇਜ਼ ਟ੍ਰਾਈਂਗ ਟੂ ਸੇ ਕਿ ਇਹ ਮਦਰ ਤੇ ਡਿਪੈਂਡ ਕਰਦਾ ਹੈ ਕਿ ਉਹ ਆਈਡੀਅਲਸ ਦੇ ਬਾਰੇ ਜਾਣਦੀ ਤੇ ਹੈ ਤੇ ਉਹ ਮੈਕਸਿਮਮ ਕਿਸ ਤਰ੍ਹਾਂ ਆਈਡੀਅਲਸ ਨੂੰ ਪ੍ਰੈਕਟਿਸ ਕਰ ਸਕੇ ਤਾਂ ਕਿ ਉਹ ਆਪ ਆਈਡੀਅਲ ਮਦਰ ਬਣੀ ਰਵੇ ਅਤੇ ਬੱਚੇ ਨੂੰ ਉਹਦਾ ਮੈਕਸਿਮਮ ਬੈਨੀਫਿਟ ਹੋ ਸਕੇ. ਥੈਂਕਸ ਫॉर ਸ਼ੇਅਰ. ਹਾਂਜੀ ਨੈਕਸਟ. So ਸਾਰਿਆਂ ਨੂੰ ਬੜੀ ਰਿਕੁਐਸਟ ਹੈਗੀ ਹੈ ਕਿ we really want today is a day for mothers and women, so males ਨੂੰ ਤੇ ਵੈਸੇ ਹੀ ਬੈਕ ਸੀਟ ਲੈ ਲੈਣੀ ਚਾਹੀਦੀ ਹੈ including me. ਤੇ ਸਾਡੇ ਕੋਲ ਟਾਈਮ ਵੀ ਬਹੁਤ ਥੋੜਾ ਹੈਗਾ ਤੇ now I would request ਹਰਜੀਤ ਮਾਸੀ ਜੀ to please come on screen with us and share with us. ਹਰਜੀਤ ਮਾਸੀ ਜੀ. Thank you ਅਮਨ ਜੀ. ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ. ਮੈਂ ਵੀ ਕੁਝ ਸ਼ੇਅਰ ਕਰਾਂ ਆਪ ਸਭ ਨਾਲ ਕਿ ਮੈਨੂੰ ਮੇਰਾ ਜੀਵਨ ਬਦਲਣ ਵਿੱਚ ਐਲਟੀ ਨੇ ਕਿੰਨੀ ਹੈਲਪ ਕੀਤੀ ਹੈ. ਸਾਰੀ ਮੇਲ ਡੋਮੀਨੇਟਿੰਗ ਸੋਸਾਇਟੀ ਵਿੱਚ ਰਹਿੰਦਿਆਂ ਹੋਇਆਂ ਮੈਂ ਬਹੁਤ ਕੁਝ ਸਿੱਖਿਆ ਇੱਥੇ ਆ ਕੇ. ਹਰ ਬੱਚੇ ਨੂੰ ਅਪਣਾਉਣਾ ਸਿੱਖਿਆ ਹੈ, ਸਿਰਫ ਆਪਣੇ ਬੱਚਿਆਂ ਨੂੰ ਹੀ ਨਹੀਂ. ਮੈਂ ਹੈਰਾਨ ਰਹਿ ਗਈ ਜਿਸ ਵਕਤ ਮੈਂ ਦੇਖਿਆ ਇੱਕ ਵਾਰੀ ਹਰਪ੍ਰੀਤ ਦੀ ਮਾਮਾ ਨੂੰ ਉਹਨਾਂ ਨੇ ਇੱਕ ਛੋਟੇ ਬੱਚੇ ਦਾ ਸਪਿਟ ਵੀ ਸਾਫ਼ ਕਰ ਦਿੱਤਾ ਸੀਗਾ ਕਿਸੇ ਫੰਕਸ਼ਨ ਵਿੱਚ. ਤੇ ਮੈਂ ਕਿਹਾ ਕਹਿੰਦੇ ਕਿਸੇ ਦੇ ਕੱਪੜੇ ਨਾ ਖਰਾਬ ਹੋਣ. ਮੇਰੇ ਦਿਲ 'ਚ ਅੱਜ ਤੱਕ ਉਹ ਛਾਇਆ ਬੈਠੀ ਹੋਈ ਹੈ. ਮੈਂ ਕਿਹਾ ਇੱਥੇ ਐਲਟੀ ਵਿੱਚ ਇਸ ਤਰ੍ਹਾਂ ਦੇ ਲੋਕ ਨੇ. ਮੈਂ ਹੈਰਾਨ ਰਹਿ ਗਈ ਹੈ ਦੇਖ ਕੇ ਔਰ ਮੇਰਾ ਦਿਲ ਕਰੇ ਉਸ ਤੋਂ ਬਾਅਦ ਮੈਂ ਆਪਣੇ ਬਾਹਰ ਦੇ ਚੌਕੀਦਾਰ ਨੂੰ ਬੱਚੇ ਕਰਕੇ ਮੈਂ ਅਗਰ ਵਿਸ਼ ਕੀਤਾ ਉਸਨੇ ਤੇ ਮੈਂ ਜਵਾਬ ਦਿੱਤਾ. ਉਹਨੇ ਮੈਨੂੰ ਆਪਣੀ ਮਾਂ ਦੀ ਤਰ੍ਹਾਂ ਪੈਰੀ ਹੱਥ ਲਗਾਉਣਾ ਸ਼ੁਰੂ ਕਰ ਦਿੱਤਾ. ਮੈਨੂੰ ਬਹੁਤ ਅੱਛਾ ਲੱਗਾ ਔਰ ਕਮਾਲ ਹੋ ਗਈ ਹੈ ਸਭ ਕੁਝ ਦੇਖਦਿਆਂ ਹੋਇਆਂ. ਮੈਂ ਹੈਰਾਨ ਰਹਿ ਗਈ ਕਿ ਵੀਰ ਜੀ ਦਾ ਸਦਕੇ ਜਾਈਏ ਕਿੰਨਾ ਅੱਛਾ ਐਫਰਟ ਕੀਤਾ ਉਹਨਾਂ ਨੇ ਸਾਰਿਆਂ ਨੂੰ ਸਿਖਾਉਣ ਲਈ. ਕਮਾਲ ਕਰ ਦਿੱਤੀ ਹੈ. ਅੱਜ ਦੀ ਡੇਟ ਵਿੱਚ ਅਮਨ, ਪੁਸ਼ਪਿੰਦਰ, ਦਲਵਿੰਦਰ, ਸਾਹਿਬ, ਹਰਪ੍ਰੀਤ ਇਹ ਸਾਰੇ ਮੈਨੂੰ ਆਪਣੇ ਬੱਚਿਆਂ ਵਾਂਗਣ ਲੱਗਦੇ ਨੇ. ਜੁਝਾਰ ਸਾਰੇ ਬਹੁਤ ਪਿਆਰ ਕਰਦੇ ਨੇ ਔਰ ਸਾਰਿਆਂ ਨੂੰ ਹੈਟਸ ਆਫ. ਸਾਰੇ ਮੈਨੂੰ ਮਾਸੀ ਜੀ ਜਿਸ ਵਕਤ ਕਹਿ ਕੇ ਬੁਲਾਉਂਦੇ ਨੇ ਨਾ ਤੇ ਮੈਨੂੰ ਲੱਗਦਾ ਸਾਰੇ ਮੇਰੇ ਆਪਣੇ ਬੱਚੇ ਨੇ. ਸਾਰਿਆਂ ਨੂੰ ਮੈਂ ਇੱਕਦਮ ਗਲਵਕੜੀ 'ਚ ਲੈ ਲਵਾਂ, ਮੇਰਾ ਇਹ ਦਿਲ ਕਰਦਾ ਹੈ. ਔਰ ਸਾਰਿਆਂ ਨੂੰ ਦੇਖਦਿਆਂ ਹੋਇਆ ਸਾਰਾ ਕੁਝ ਚੇਂਜ ਮੇਰੇ ਵਿੱਚ ਇੰਨੀ ਜ਼ਬਰਦਸਤ ਆਈ ਹੈ. ਮੇਰੀ ਬੇਟੀ ਫੀਲ ਕਰਦੀ ਹੈ. वो कहती है मम्मा आप बिल्कुल बदल गए हो, आप पहले की तरह नहीं रहे हो. यही चेंज ते वीर जी चाहते संसारियां विच देखना. आई एम थैंकफुल वीर जी, थैंक्स टू यू. कमाल हो गया. वेलकम जी. वड्डा ग्रुप, थैंक यू वेरी मच. वाहिगुरू जी का खालसा वाहिगुरू जी की फतेह जी. Thanks for sharing ਮਾਸੀ ਜੀ. ਐਂਡ ਅਸੀਂ ਸਾਰੇ ਵੀ ਤੁਹਾਡੇ ਨਾਲ ਬਿਲਕੁਲ ਇਸ ਗੱਲ ਬਾਰੇ ਮੁਤੱਸਰ ਹੈਗੇ ਆ ਕਿ ਸਾਨੂੰ ਵੀ ਤੁਹਾਡੇ ਕੋਲੋਂ ਉਹੀ ਨਿੱਘ ਮਿਲਦਾ ਹੈ ਜਦੋਂ ਵੀ ਤੁਸੀਂ ਸਾਨੂੰ ਸਾਰੇ ਹੁਣ before ਸਤਵਿੰਦਰ ਭੈਣ ਜੀ from Bombay wants to ask one question, I would request ਸਾਡੇ ਨਾਲ ਸੁਖਵੰਤ ਭਰਜਾਈ ਜੀ from US is there. I would request her please ਉਹ ਵੀ ਸੰਗਤ ਨਾਲ ਆਪਣੀ ਸਾਂਝ ਕਰਨ ਜੀ. ਸੁਖਵੰਤ ਭੈਣ ਜੀ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ to all happy moms and to other people also, and ਸਭ ਨੂੰ ਮਦਰਸ ਡੇ ਦੀ ਬਹੁਤ ਬਹੁਤ ਵਧਾਈ. I just want to say ਮਾਂ ਤੇ ਬਸ ਮਾਂ ਹੁੰਦੀ ਹੈ ਜਿਸ ਨੂੰ ਫੀਲ ਕੀਤਾ ਜਾ ਸਕਦਾ ਪਰ ਬਿਆਨ ਨਹੀਂ ਕੀਤਾ ਜਾ ਸਕਦਾ. ਸੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਥੈਂਕਸ. ਅਸੀਂ ਸੁਖਵੰਤ ਭੈਣ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ. ਆਈ ਥਿੰਕ ਉਹਨਾਂ ਨੇ ਇੱਕ ਨਿੱਕਾ ਜਿਹਾ ਸੈਂਟੈਂਸ ਕਹਿ ਕੇ ਵੀ
ਸਮੁੰਦਰ ਨੂੰ ਕੁੱਜੇ ਵਿੱਚ ਪਾਉਣ ਵਾਲਾ ਕੰਮ ਕੀਤਾ ਹੈ ਤੇ ਉਹ ਪੂਰੇ ਜਜ਼ਬਾਤਾਂ ਭਰਪੂਰ ਸਨ ਤੇ ਵੀ ਆਲਸੋ ਨੋ ਦੈਟ ਉਹਨਾਂ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਆਪਣੀ ਜ਼ਿੰਦਗੀ ਵਿੱਚ ਲਿਵ ਵੀ ਕੀਤਾ ਹੈ। ਸੋ ਨਾਓ ਆਈ ਵੁੱਡ ਰਿਕੁਐਸਟ ਸਤਵੰਤ ਜੀ ਨੂੰ ਮੌਕੇ ਤੋਂ ਜੋ ਮੈਂ ਤੇ ਸਾਂਝ ਕਰਾਂਗਾ ਸੁਖਵੰਤ ਕੌਰ ਜੀ ਮੇਰੇ ਵਾਈਫ ਨੇ ਸਾਰਿਆਂ ਵਾਸਤੇ ਮੈਂ ਸਾਂਝ ਕਰ ਰਿਹਾ ਕਿ ਮੈਂ ਪਿਛਲੇ 25 ਸਾਲਾਂ ਚ ਹਰ 2 ਮਹੀਨੇ ਬਾਅਦ ਇੰਡੀਆ ਆ ਜਾਂਦਾ ਜਾਂ ਵਰਲਡ ਵਾਈਡ ਸੈਮੀਨਾਰ ਕਰਨ ਜਾਂਦਾ, ਪਰ ਇਹਨਾਂ ਨੇ ਆਪਣੀ ਆਈਡੀਅਲ ਮਦਰ ਬਣਨ ਦਾ ਕਦੀ ਵੀ ਕੋਈ ਫਰਜ਼ ਫੇਲ ਨਹੀਂ ਹੋਣ ਦਿੱਤਾ। ਇਹਨਾਂ ਨੇ ਆਪਣਾ ਪੂਰਾ ਰੋਲ ਨਿਭਾਇਆ। ਮੈਂ ਸਾਰਿਆਂ ਦੇ ਸਾਹਮਣੇ ਥੈਂਕਫੁਲ ਹਾਂ। ਥੈਂਕ ਯੂ ਵੀਰ। ਥੈਂਕ ਯੂ ਜੀ। ਸੋ ਸਤਿੰਦਰ ਭੈਣ ਜੀ ਹੁਣ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਵੀਰ ਜੀ ਨੂੰ। जी मेरा सवाल वीर जी वास्ते है कि वीर जी you are the role model for all of us. We all look up upon you and ਤੁਹਾਡਾ relation ਤੁਹਾਡੀ ਵੀਰ ਜੀ ਨਾਲ was excellent. You have an ideal upbringing and so you can share something about what is ideal mother and what it is and किस तरह ਦੀ upbringing होनी चाहिए. Please share. And especially in your childhood, how you were elevated spiritually. I think if you can share that. Because the need of the hour is that parents should give spiritual guidance to the child right from the childhood. Because बाकी सारी guidance the colleges and academically मिल जाती है, but spirituality is not taught anywhere. That has been imparted from home, from parents to the child. So उस बाबत तुसी कुछ put some light on it. How today's parents should train the child to grow spiritually strong in this materialistic world. मैं सारियां दा थैंकफुल हाँ और आज मदर्स डे ते सारियां मावां समेत मेरी माँ जिसने मैनू जम्मिया ओदा बहुत थैंकफुल हाँ, भावें वो आज बायोलॉजिकली मेरे नाल नहीं हन, जिस मेरा विछोड़ा हो गया उन्हां नाल इस धरती तो चले गए, पर उन्हां दे जेड़े बड़े कीमती गुण सी ना ओ गुणां च आई नोटिस्ड कि ਤਾਂ ਉਹ ਆਪਣੇ ਹੱਥ ਨਾਲ ਪਕਾ ਕੇ ਪਿਆਰ ਨਾਲ ਖਵਾਉਣ ਚ ਬਿਲੀਵ ਕਰਦੇ ਸੀ। ਦੂਜੀ ਗੱਲ ਉਹ ਆਪਣੇ ਇੰਟਰਸਟ ਨੂੰ ਪਿੱਛੇ ਰੱਖਦੇ ਸੀ ਪਰ ਦੂਜਿਆਂ ਵਾਸਤੇ ਸੈਕਰੀਫਾਈਸ ਕਰਦੇ ਸੀ। ਉਹ ਦੂਜਿਆਂ ਦਾ ਮਤਲਬ ਟੱਬਰ ਹੀ ਨਹੀਂ ਹੈ, ਉਹ ਦੂਜਿਆਂ ਦਾ ਮਤਲਬ ਇਹ ਵੀ ਹੈ ਕਿ ਉਹ ਆਪਣੇ in-laws ਨੂੰ ਫਸਟ ਪ੍ਰਾਇੋਰਟੀ ਦਿੰਦੇ ਸੀ, ਜਿਹਦੇ ਬਾਰੇ ਉਹਨਾਂ ਨੇ ਮੈਨੂੰ ਗੱਲਾਂ ਸੁਣਾਈਆਂ ਕਿਉਂਕਿ ਮੇਰੀ ਮਦਰ ਦੇ laws ਮੇਰੇ ਦਾਦਾ ਦਾਦੀ ਹੋਏ, ਮੈਂ ਉਹਨਾਂ ਨੂੰ ਦੇਖਿਆ ਨਹੀਂ ਹੋਇਆ। she used to tell me ਕਿ ਉਹਨਾਂ ਦੇ ਨਾਲ ਮੈਂ ਕਿਸ ਤਰ੍ਹਾਂ ਡੀਲ ਕਰਦੀ ਸੀ, ਲੇਕਿਨ ਉਹਨਾਂ ਦਾ ਬੋਲਿਆ ਹੋਇਆ ਸਾਨੂੰ ਤਾਂ ਸਾਫ਼ ਪ੍ਰੈਕਟੀਕਲ ਨਜ਼ਰ ਆਇਆ ਜਦੋਂ ਉਹਨਾਂ ਨੇ ਸਾਨੂੰ ਚਾਰੋਂ ਬੱਚਿਆਂ ਨੂੰ ਇਹ ਡੀਲ ਕਰਨਾ ਸਿਖਾਇਆ ਕਿ ਆਪਣੇ ਪੜੋਸੀਆਂ ਨਾਲ ਆਪਣੀ ਕਲੋਨੀ ਦੇ ਅੰਦਰ ਅਸੀਂ ਗਵਰਨਮੈਂਟ ਫਲੈਟਸ ਵਿੱਚ ਰਹਿੰਦੇ ਸੀ ਤਾਂ ਪੜੋਸੀਆਂ ਨਾਲ ਕਿਵੇਂ ਡੀਲ ਕਰੀਦਾ। ਸੋ ਇਹ ਵੀ ਉਹ ਟਾਈਮ ਕੱਢ ਲੈਂਦੇ ਸੀ ਇਤਨੇ ਬਿਜ਼ੀ ਪੀਰੀਅਡ ਦੇ ਅੰਦਰ। ਤਾਂ ਮੈਂ ਸਿਰਫ ਆਪਣੀ ਮਾਂ ਨੂੰ ਦੇਖਾਂ ਤਾਂ ਉਹਦੇ ਅੰਦਰ ਇਤਨੀਆਂ ਸਾਰੀਆਂ ਕੁਆਲਿਟੀਆਂ ਸੀ, ਹਰ ਕਿਸੇ ਨੂੰ ਆਪਣੀ ਮਾਂ ਚੰਗੀ ਲੱਗਦੀ ਹੈ। ਤਾਂ ਮੇਰੀ ਮਾਂ ਫੈਸ਼ਨ ਔਰ ਪਾਰਟੀਜ਼ ਔਰ ਕਿੱਟੀਜ਼ ਅੰਦਰ ਆਪਣਾ ਸਮਾਂ ਜ਼ਾਇਆ ਨਹੀਂ ਕਰਦੀ ਸੀ, ਇਸ ਕਰਕੇ ਉਹਨੂੰ ਮਦਰਹੁੱਡ ਦੇ ਬਹੁਤ ਸਾਰੇ ਪੁਆਇੰਟਸ assume करके प्रैक्टिस करने आते सी। she used to nurture her motherhood और मेरी मदर दी मेरी भरजाई है जेडे जोगी माला उन्हें ऑनलाइन ने मेरी भरजाई और मेरी वाइफ ये दोनों मेरी मदर दी नुआ सी। ਅਸੀਂ ਕਦੀ ਇਹਨਾਂ ਦੋਵਾਂ ਨੂੰ ਲੜਦਿਆਂ ਨਹੀਂ ਦੇਖਿਆ। ਜੇ ਮੈਂ ਕ੍ਰੈਡਿਟ ਆਪਣੀ ਵਾਈਫ ਨੂੰ ਦਿਆਂ ਜਾਂ ਕ੍ਰੈਡਿਟ ਆਪਣੀ ਮਾਲਾ ਭਰਜਾਈ ਨੂੰ ਦਿਆਂ ਤਾਂ ਮੈਂ ਕ੍ਰੈਡਿਟ ਆਪਣੀ ਮਾਂ ਨੂੰ ਵੀ ਦਿੰਦਾ ਕਿ ਕਦੀ ਲੜੀਆਂ ਨਹੀਂ। ਇਹਨਾਂ ਤਿੰਨੋਂ ਕਿਚਨ ਦਾ ਕੰਮ ਕਰਦੀਆਂ ਸੀ, ਤਿੰਨਾਂ ਚੋਂ ਕਿਸੇ ਨੇ ਕਿਸੇ ਨੂੰ ਕੁਝ ਨਹੀਂ ਕਿਹਾ। ਲੇਕਿਨ ਜੇ ਮੈਂ ਆਪਣੀ ਮਦਰ ਦੇ ਬਾਰੇ ਕਹਾਂ ਤਾਂ ਇੱਕ ਪੁਆਇੰਟ ਮੈਂ ਬਾਰ-ਬਾਰ ਸਭ ਨਾਲ ਸ਼ੇਅਰ ਕਰਦਾ ਕਿ ਉਹ ਪੜ੍ਹਾਈ ਦੇ ਨਾਂ ਤੇ ਮੈਨੂੰ ਗੁੱਸਾ ਨਹੀਂ ਕਰਦੇ ਸੀ। ਹੋਮਵਰਕ ਕਰ, ਹੁਣ ਸੌਂਦਾ ਕਿਉਂ ਨਹੀਂ, ਤੂੰ ਖੇਡਦਾ ਕਿਉਂ ਰਹਿੰਦਾ ਹੈ, ਉਹ ਇਸ ਤਰੀਕੇ ਨਾਲ ਨਹੀਂ ਕਰਦੇ ਸੀ। ਉਹ ਆਪਣਾ ਓਵਰਫਲੋਇੰਗ ਲਵ ਹੀ ਇਤਨਾ ਦਿੰਦੇ ਸੀ ਕਿ ਮੈਨੂੰ ਇਹ ਲੱਗਦਾ ਕਿ ਮੈਂ ਇਸ ਮਾਰੇ ਇੱਥੋਂ ਗਲਤ ਹਾਂ। ਰਾਈਟ। ਸੋ ਉਹ ਬਹੁਤ ਪਿਆਰ ਦੇ ਨਾਲ ਜੋ ਮੇਰੀ ਨਾਨੀ ਕਰਦੀ ਸੀ। ਆਈ ਥਿੰਕ ਇਫ ਮਾਈ ਨਾਨੀ ਵਾਜ਼
200 ਤਾਂ ਮੇਰੇ ਮਦਰ ਵੀ ਆਲਮੋਸਟ 200% ਨੇੜੇ ਤੇੜੇ ਹੀ ਸੀ। ਪਰ ਉਹ ਕੀ ਕਰਦੇ ਸੀ ਕਿ ਜਿਹੜੀ ਗੱਲ ਸਮਝਾਉਂਦੇ ਸੀ ਪਿਆਰ ਨਾਲ ਸਮਝਾਉਂਦੇ ਸੀ, ਗੁੱਸਾ ਕਰਕੇ, ਨਾਰਾਜ਼ ਕਰਕੇ, ਪਨਿਸ਼ ਕਰਕੇ, ਜੋ ਅੱਜ ਕੱਲ ਦੀਆਂ ਮਾਵਾਂ ਕਰਦੀਆਂ ਨੇ। ਅੱਜ ਕੱਲ ਦੀਆਂ ਮਾਵਾਂ ਗੁੱਸੇ ਨਾਲ ਬੱਚੇ ਨੂੰ ਖਵਾਉਂਦੀਆਂ ਨੇ। ਕਿਹੜੀਆਂ ਮਾਵਾਂ ਨੇ ਮੈਂ ਯਾਦ ਨਹੀਂ ਕਰ ਸਕਦਾ, ਪਰ ਮੈਂ ਆਪਣੀ ਮਾਂ ਡਿਸਕਸ ਕਰ ਰਿਹਾ। ਉਹ ਦੂਜਿਆਂ ਬੱਚਿਆਂ ਨੂੰ ਆਪਣੇ ਕਲੇਜੇ ਲਾਉਂਦੀ ਸੀ। ਜੋ ਸਾਡੇ ਘਰ ਭਾਂਡੇ ਮਾਂਜਣ ਆਉਂਦੀ ਸੀ, ਉਹਦੇ ਬੱਚਿਆਂ ਦੀ ਫੀਸ ਦਿੰਦੇ ਸਨ ਅਲੱਗ ਤਨਖਾਹ ਤੋਂ ਇਲਾਵਾ, ਉਹਦੇ ਘਰ ਦਾ ਰਾਸ਼ਨ ਪਾ ਦਿੰਦੇ ਸੀ ਤਨਖਾਹ ਤੋਂ ਇਲਾਵਾ। ਇਸ ਤਰੀਕੇ ਨਾਲ ਬੜਿਆਂ ਸਾਰਿਆਂ ਨਾਲ ਡੀਲ ਕਰਦੇ ਸੀ। ਸੋ ਉਹਨਾਂ ਨੇ ਜਿਹੜਾ ਸਾਡੇ ਨਾਲ ਪਿਆਰ ਦਾ ਜਜ਼ਬਾ ਪ੍ਰੈਕਟਿਸ ਕੀਤਾ ਨਾ, ਉਹਦੇ ਵਿੱਚ ਉਹਨਾਂ ਨੇ ਸਾਨੂੰ ਗੁੱਸਾ ਨਹੀਂ ਕੀਤਾ। ਪਰ ਇੱਕ ਪੁਆਇੰਟ ਜਿਹੜਾ ਮੈਨੂੰ ਅਚਾਨਕ ਹੁਣੇ ਯਾਦ ਆ ਗਿਆ, ਉਹ ਕਿ 2 ਮਹੱਲੇ ਛੋੜ ਕੇ ਇੱਕ ਮੁੰਡਾ ਮੇਰੇ ਨਾਲ ਲੜਿਆ ਸੀ ਬਚਪਨ ਵਿੱਚ। ਉਸ ਮੁੰਡੇ ਦੀ ਮਾਂ ਸਾਡੇ ਘਰ ਆਈ ਸੀ ਔਰ ਆ ਕੇ ਮੇਰੇ ਬਾਰੇ ਸ਼ਿਕਾਇਤ ਕਰਨ ਆਈ ਸੀ ਕਿ ਤੁਹਾਡਾ ਕਾਕਾ ਮੇਰੇ ਮੁੰਡੇ ਨਾਲ ਲੜਿਆ। ਤਾਂ ਮੇਰੇ ਮਦਰ ਨੇ ਉਹਨੂੰ ਅੰਦਰ ਬਿਠਾਇਆ, ਉਹਨੂੰ ਪਾਣੀ ਪਿਲਾਇਆ, ਉਹਨਾਂ ਨੂੰ ਕਿਹਾ ਜਿੱਥੇ ਗਰਾਊਂਡ ਵਿੱਚ ਲੜਾਈ ਹੋਈ ਹੈ ਨਾ ਤੂੰ ਖੜੀ ਸੀ ਨਾ ਮੈਂ ਖੜੀ ਸੀ। ਜਿਸ ਤਰ੍ਹਾਂ ਤੇਰਾ ਕਾਕਾ ਉਸ ਤਰ੍ਹਾਂ ਮੇਰਾ ਕਾਕਾ, ਪਰ ਤੇਰਾ ਕਾਕਾ ਵੀ ਮੇਰਾ ਕਾਕਾ। ਇਸ ਕਰਕੇ ਅਸੀਂ ਇੱਕ ਦੂਜੇ ਨੂੰ ਸ਼ਿਕਾਇਤ ਕਰਕੇ ਇਸ ਤਰ੍ਹਾਂ ਗਲੀਆਂ 'ਚ ਇੱਕ ਦੂਜੇ ਨੂੰ ਟੌਂਟ ਨਹੀਂ ਕਰਨਾ, ਅਸੀਂ ਪਿਆਰ ਕਰਨਾ ਤਾਂ ਕਿ ਬੱਚੇ। ਉਹ ਬਿਲਕੁਲ ਅੱਗੋਂ ਤੋਂ ਇਤਨਾ ਜ਼ਿਆਦਾ ਉਹ ਪਿਆਰ ਵਿੱਚ ਆ ਗਈ ਕਿ ਉਹਨੇ ਆਪਣੇ ਬੱਚੇ ਨੂੰ ਹੀ ਸਮਝਾਇਆ ਔਰ ਮੈਨੂੰ ਆਪਣੇ ਘਰ ਬੁਲਾਉਣਾ ਸ਼ੁਰੂ ਕਰ ਦਿੱਤਾ। ਸਾਰੀ ਲੜਾਈ ਖਤਮ ਹੀ ਹੋ ਗਈ। ਪਰ ਜੇ ਮੇਰੇ ਮਦਰ ਵੀ ਉਹਨੂੰ ਟੌਂਟ ਕਰਦੇ, ਤੇਰੇ ਕਾਕੇ ਨੇ ਮੇਰੇ ਕਾਕੇ ਨੂੰ ਮਾਰਿਆ, ਨੋ ਸ਼ੀ ਡਿਡ ਨਾਟ ਟਰਾਈ ਦਿਸ ਐਂਗਲ। ਇੰਜ ਹੀ ਅੱਜ ਦੀ ਮਾਂ ਆਪਣੀ ਸੱਸ ਨਾਲ ਨਾ ਲੜੇ, ਅੱਜ ਦੀ ਮਾਂ ਆਪਣੀ ਨੂੰਹ ਦੇ ਨਾਲ ਨਾ ਲੜੇ, ਅੱਜ ਦੀ ਮਾਂ ਆਪਣੇ ਬੱਚੇ ਨੂੰ ਟੌਂਟ ਨਾ ਕਰੇ। ਖਾਸ ਤੌਰ ਤੇ ਸਕੂਲ ਔਰ ਹੋਮਵਰਕ ਔਰ ਪ੍ਰੋਜੈਕਟ ਵਾਸਤੇ ਉਸਨੂੰ ਬਿਲਕੁਲ ਵੀ ਉਹਨੂੰ ਹਾਰਡ ਟਾਈਮ ਨਾ ਦੇਵੇ। ਉਹਦੇ ਸਾਹਮਣੇ ਮਿੱਠ ਬੋਲੜਾ ਦੀ ਭਾਖਿਆ ਪਾਓ ਪਾਰ ਪ੍ਰੈਕਟਿਸ ਮੈਕਸਿਮਮ ਕਰੇ। ਇਹ ਆਰਡਰ ਨਹੀਂ ਹੈ, ਮੈਂ ਤੇ ਆਪਣੀ ਮਾਂ ਦੇ ਗੁਣ ਸਾਂਝ ਕਰ ਰਿਹਾ। ਜਿਸ ਨੂੰ ਇਹ ਗੁਣ ਚੰਗੇ ਲੱਗਦੇ ਨੇ ਉਹ ਲਵੇਗਾ, ਜਿਸ ਨੂੰ ਨਹੀਂ ਲੱਗਦੇ ਨੇ ਉਹ ਨਹੀਂ ਲਏਗਾ। ਸੋ ਇਸ ਤਰੀਕੇ ਦੇ ਨਾਲ ਮੈਨੀ ਪੁਆਇੰਟਸ ਨੇ, ਮੈਂ ਕਿਤਨੇ ਪੁਆਇੰਟਸ ਦੱਸਾਂ। she is real mother and she taught me how to respect others mothers। ਔਰ ਸੀ ਕਾਕਾ, ਇਹ ਜਿਤਨੀਆਂ ਮਾਵਾਂ ਹੁੰਦੀਆਂ ਨਾ, ਇਹ ਪਿਆਰ ਦੀਆਂ ਭੁੱਖੀਆਂ ਹੁੰਦੀਆਂ। ਇਸ ਕਰਕੇ ਬਿਨਾਂ ਵਿਤਕਰੇ ਤੋਂ ਨਾ ਹਰ ਮਾਂ ਦੇ ਗੋਡੇ ਔਰ ਪੈਰੀ ਹੱਥ ਲਾ ਦਿਆ ਕਰ। ਮੈਂ ਲਾ ਦਿੰਦਾ, ਉਹ ਖੁਸ਼ ਹੋ ਜਾਂਦੀਆਂ ਨੇ ਕਿ ਸਾਡਾ ਪੁੱਤਰ ਤੇ ਸਾਡੇ ਨੇੜੇ ਨਹੀਂ ਬਹਿੰਦਾ, ਇਹ ਆ ਕੇ ਸਾਡੇ ਗੋਡੇ ਹੱਥ ਲਾਉਂਦਾ। ਇਹਦਾ ਮਤਲਬ ਇਹ ਹੋਇਆ ਕਿ ਹਾਊ ਟੂ ਗਿਵ ਰਿਸਪੈਕਟ ਟੂ ਅਦਰਸ ਮੇਰੀ ਮਾਂ ਨੇ ਮੈਨੂੰ ਇਹ ਸਿਖਾਇਆ। ਸੋ ਸ਼ੀ ਵਾਸ ਨਾਟ ਇਨਵੋਲਵਡ ਇਨ those practices ਜਿਹਦੇ ਨਾਲ ਸਮਾਂ ਜ਼ਾਇਆ ਹੋ ਜਾਂਦਾ ਹੈ। ਅੱਜ ਟਾਈਮ ਚੇਂਜ ਹੋ ਗਿਆ ਹੈ, ਜ਼ਰੂਰੀ ਨਹੀਂ ਕਿ ਉਹ ਮੇਰੀ ਮਦਰ ਦੇ ਆਈਡੀਅਲਸ ਨੂੰ ਫੋਲੋ ਕਰੇ, ਪਰ ਅਸੀਂ ਗੱਲ ਮਦਰਹੁੱਡ ਦੀ ਕਰ ਰਹੇ ਹਾਂ। ਠੀਕ ਹੈ, ਅੱਜ ਦੀ ਮਦਰ ਪਾਣਾ ਚਾਹੁੰਦੇ ਆ, ਇਵੋਲਵ ਹੋ ਗਈ ਹੈ, ਫੈਸ਼ਨੇਬਲ ਹੋ ਗਈ ਹੈ, ਉਹਦੀ ਮਰਜ਼ੀ ਹੈ, ਅਸੀਂ ਕਿਸੇ ਨੂੰ ਮਨਾ ਨਹੀਂ ਕਰ ਸਕਦੇ। ਤੇ ਉਹਨੇ ਆਪਣਾ ਜੋਬਨ, ਆਪਣਾ ਸਤਕਾਰ, ਆਪਣੇ ਗ੍ਰੇਸਫੁਲ ਕੱਪੜਿਆਂ ਨਾਲ ਆਪਣੀ ਪਰਸਨੈਲਿਟੀ ਨੂੰ ਬਣਾਉਣਾ ਹੈ ਕਿ ਧਰਤੀ ਤੇ ਰੱਬ ਤੋਂ ਬਾਅਦ ਮੈਂ ਮਦਰ ਹਾਂ। I am supposed to practice this to create ideal mother on this earth। ਉਹਨੂੰ ਆਰਡਰ ਤੇ ਨਹੀਂ ਕਰ ਰਹੇ ਹਾਂ ਨਾ, ਇਹ ਤੇ ਇੰਡੀਵਿਜੂਅਲ ਤੇ ਡਿਪੈਂਡ ਕਰਦਾ ਉਹ ਆਪਣੇ ਆਪ ਨੂੰ ਕੀ ਪੇਸ਼ ਕਰਨਾ ਚਾਹੁੰਦਾ ਹੈ। ਰਾਈਟ, ਸਾਡੇ ਸਾਹਮਣੇ ਫਿਲਮਾਂ 'ਚ ਹੀਰੋਇਨਸ ਦੇ ਔਰ ਕੈਬਰੇ ਡਾਂਸ ਦੇ ਜਿਹੜੇ ਸੀਨ ਦਿਖਾਏ ਜਾਂਦੇ ਨੇ, ਉਹਨਾਂ ਦੇ ਬਦਲੇ ਸਾਨੂੰ ਫਿਲਮਾਂ 'ਚ ਆਈਡੀਅਲ ਮਦਰ ਵੀ ਦਿਖਾਈ ਜਾਂਦੀ ਹੈ, ਸੁਲੋਚਨਾ ਵੀ ਦਿਖਾਈ ਜਾਂਦੀ ਹੈ ਆਈਡੀਅਲ ਮਦਰ, ਨਿਰੂਪਾ ਰॉय ਵੀ ਦਿਖਾਈ ਜਾਂਦੀ ਹੈ ਆਈਡੀਅਲ ਮਦਰ। ਇਸ ਤਰੀਕੇ ਦੇ ਨਾਲ ਬੜੀਆਂ ਸਾਰੀਆਂ, ਮੈਂ ਤੇ ਪੁਰਾਣੀਆਂ ਫਿਲਮਾਂ ਦੇਖੀਆਂ ਹੋਈਆਂ, ਮੈਨੂੰ ਨਵੀਆਂ ਦਾ ਨਹੀਂ ਪਤਾ। ਉਹਨਾਂ ਦੇ ਕੱਪੜੇ, ਉਹਨਾਂ ਦਾ ਹਾਵ ਭਾਵ, ਉਹਨਾਂ ਦਾ ਬੱਚੇ ਨਾਲ ਡੀਲ ਕਰਨਾ, ਉਹਨਾਂ ਦਾ ਪਰਿਵਾਰ ਵਿੱਚ ਡੀਲ ਕਰਨਾ। ਵਕਤ ਮੂਵੀ ਅਸੀਂ ਦੇਖੀ,
ਖਾਨਦਾਨ ਮੂਵੀ ਅਸੀਂ ਦੇਖੀ, ਇਸ ਤਰੀਕੇ ਨਾਲ ਮਿਹਰਬਾਨ ਮੂਵੀ ਅਸੀਂ ਦੇਖੀ। ਮਿਹਰਬਾਨ ਮੂਵੀ ਦੇ ਅੰਦਰ ਮੈਨੂੰ ਸੀਨ ਯਾਦ ਹੈ ਕਿ ਸੁਨੀਲ ਦੱਤ ਦੇ ਨਾਲ ਨੂਤਨ ਕਿਸ ਤਰ੍ਹਾਂ ਕਹਿ ਰਹੀ, ਤੁਮ ਮੇਰੇ ਮੰਦਿਰ, ਤੁਮ ਮੇਰੀ ਪੂਜਾ, ਤੁਮ ਹੀ ਦੇਵਤਾ, ਉਹ ਗਾ ਰਹੀ ਹੈ, ਲੇਕਿਨ ਉਹਦੇ ਚੋਂ ਆਈਡੀਅਲਸ ਪਿਕਅਪ ਕਰਨੇ ਨੇ ਮਦਰ ਨੇ। ਕਰੈਕਟ? ਮੈਂ ਕਾਮਨ ਮੈਨ ਦੀ ਲੈਂਗੁਏਜ ਗੱਲ ਕਰ ਰਿਹਾ ਵੀ ਕਿੱਥੋਂ ਕਿੱਥੋਂ ਬੋਰੋ ਕੀਤੇ ਜਾ ਸਕਦੇ ਨੇ। ਮੇਰੇ ਮਦਰ ਪਾਠ ਵੀ ਕਰ ਲੈਂਦੇ ਸੀ, ਸਵੇਰੇ ਸਵੇਰੇ ਅੰਗੀਠੀ ਬਾਲ ਦਿੰਦੇ ਸੀ, ਜ਼ਬਾਨੀ ਪਾਠ ਸ਼ੁਰੂ ਕਰ ਦਿੰਦੇ ਸੀ, ਸਬਜ਼ੀ ਕੱਟਦੇ ਰਹਿੰਦੇ ਸੀ। ਤਾਂ ਮੈਂ ਕਿਹਾ ਬੀਜੀ ਤੁਹਾਡੇ ਨਾਲ ਗੱਲ ਕਰਨੀ ਹੋਵੇ ਤੁਸੀਂ ਪਾਠ ਹੀ ਕਰਦੇ ਰਹਿੰਦੇ ਹੋ, ਤੁਸੀਂ ਸਬਜ਼ੀ ਕੱਟਣ ਵੇਲੇ ਪਾਠ ਕਰ ਦਿੰਦੇ ਹੋ, ਰੋਟੀ ਪਕਾਉਣ ਵੇਲੇ ਪਾਠ ਕਰ ਦਿੰਦੇ ਹੋ। ਤਾਂ ਮੈਨੂੰ ਕਹਿੰਦੇ ਸੀ ਮੈਂ ਨਾ ਪਾਠ ਤਾਂ ਕਰਦੀਆਂ ਕਿ ਮੈਂ ਕਿਸੇ ਨਾਲ ਭੈੜਾ ਨਹੀਂ ਬੋਲਣਾ, ਮੇਰਾ ਸੁਭਾਅ ਫਿਕਸ ਰਹੇਗਾ, ਲੇਕਿਨ ਪਾਠ ਕਰਦੇ ਕਰਦੇ ਨਾ ਪਾਠ ਦੀ ਤਾਸੀਰ ਸਬਜ਼ੀ ਔਰ ਰੋਟੀ ਦੇ ਅੰਦਰ ਵੜ ਜਾਂਦੀ ਹੈ, ਤਾਂ ਉਹ ਮੈਂ ਤੇਰੇ ਅੰਦਰ ਪਾਣਾ ਚਾਹੁੰਦੀ। So it depends on mother whether she wants to listen the ear through ear plug, जो pop music सुनना चाहते हो दी मर्जी है। ਅਸੀਂ ਆਈਡੀਅਲ ਮਦਰ ਦੀ ਗੱਲ ਕਰ ਰਹੇ ਹਾਂ, ਅਸੀਂ ਮਦਰਸ ਡੇ ਤੇ ਮਦਰ ਦੇ ਗ੍ਰੇਟ ਪੁਆਇੰਟਸ ਡਿਸਕਸ ਕਰ ਰਹੇ ਹਾਂ। ਕਰੈਕਟ? ਹੋਰ ਕੋਈ ਕੁਐਸਚਨ ਹੋ ਸਕਦਾ ਹੈ? ਕਿਉਂਕਿ ਮੈਂ ਬੜੇ ਸਾਰੇ ਉਹਨਾਂ ਦੇ ਪੁਆਇੰਟਸ ਡਿਸਕਸ ਕੀਤੇ, ਮੇਰੇ ਐਗਜ਼ਾਮ ਵਿੱਚ ਨੰਬਰ ਘੱਟ ਆਏ ਸੀ, ਉਹਨਾਂ ਨੇ ਪਿਆਰ ਕੀਤਾ, ਉਹ ਕਿਸ ਤਰ੍ਹਾਂ ਸਿਰ ਤੇ ਤੇਲ ਲਾਉਂਦੇ ਸੀ, ਉਹ ਕਿਸ ਤਰ੍ਹਾਂ ਸਿਰ ਦੇ ਵਾਲ ਦੇ ਅੜੇ ਲਾਉਂਦੇ ਸੀ, ਕਿਸ ਤਰ੍ਹਾਂ ਸਾਡੇ ਕੱਪੜਿਆਂ ਦਾ ਧਿਆਨ ਰੱਖਦੇ ਸੀ। ਇਸ ਤਰੀਕੇ ਨਾਲ ਆਈਡੀਅਲ ਮਦਰਸ ਇਹ ਸਾਰੀ ਪ੍ਰੈਕਟਿਸਿਸ ਕਰਦੀਆਂ ਹੋਣਗੀਆਂ ਆਪਣੇ ਆਪਣੇ ਘਰ, ਕਰ ਵੀ ਸਕਦੀਆਂ ਹਨ। ਥੈਂਕ ਯੂ। ਆਈ ਥਿੰਕ ਮੈਂ ਸਤਿੰਦਰ ਭੈਣ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਵੀਰ ਜੀ ਕੋਲੋਂ ਇਹ ਕੁਐਸਚਨ ਪੁੱਛਿਆ। ਤੇ ਸਿੰਸ ਹੀ ਵਾਸ ਸ਼ੇਅਰਿੰਗ, ਆਈ ਐਮ ਅਪੋਲੋਜਾਈਜ਼ਿੰਗ ਬਿਫੋਰਹੈਂਡ ਕਿ ਮੇਰੇ ਨਾਲ ਅੱਜ ਬੋਲਣ ਦਾ ਕੋਈ ਹੱਕ ਨਹੀਂ ਹੈ, ਪਰ what Veerji is saying, I think if I open the stage for everyone will have millions of points to share about Veerji. But I think in my life, I think Veerji अगर किसी ਨੂੰ 5 ਮਿੰਟ ਜਾਂ ਸ਼ਾਇਦ 2 ਮਿੰਟ ਵਾਸਤੇ ਵੀ ਕਿਸੇ ਨੂੰ ਮਿਲਦੇ ਸੀ ਨਾ, ਤਾਂ she was able to create a relationship. ਤੇ ਮੈਨੂੰ ਨਹੀਂ ਲੱਗਦਾ ਸੀ ਉਹ ਕਿਸੇ ਨੂੰ ਕਦੀ ਜੱਜ ਵੀ ਨਹੀਂ ਕਰਦੇ ਸੀ। ਔਰ ਆਈ ਥਿੰਕ ਇਹ ਤੁਹਾਨੂੰ ਸਾਰਿਆਂ ਨੂੰ ਬੜਾ ਨਿੱਕਾ ਜਿਹਾ ਪੁਆਇੰਟ ਲੱਗ ਰਿਹਾ ਹੋਏਗਾ, ਬਟ ਅਸੀਂ ਆਪਣੇ ਰਿਲੇਸ਼ਨਸ਼ਿਪਸ ਦੇ ਵਿੱਚ ਬਸ ਇੱਕ ਦੂਜੇ ਨੂੰ ਜੱਜ ਹੀ ਕਰਦੇ ਰਹਿੰਦੇ ਹਾਂ, ਤੇ ਸਾਨੂੰ ਇਹ ਜੱਜ ਨਹੀਂ ਕਰਨਾ ਚਾਹੀਦਾ। ਸੋ ਨਾਓ ਆਈ ਵੁੱਡ ਰਿਕੁਐਸਟ CD ਵੀਰ, ਸਾਡੇ ਨਾਲ ਨੈਂਸੀ ਭੈਣ ਜੀ ਕੁਝ ਸਾਂਝ ਕਰਨਾ ਚਾਹੁੰਦੇ ਨੇ ਜੀ। CD ਵੀਰ। आज खालसा फतेह to everyone once again. टॉपिक तो डिविएट नहीं करना चाहती, बट जो भुपिंदर वीर जी ने नूतन ते सुनील दाता क्लिप डिस्क्राइब किया सी, सो इट्स नॉट नैसेसरी कि तुसी मदर सिर्फ उन्हां बच्चों दे हो सकते हो जिन्हां नूं तुसी जन्म देंदे हो। जो मदर असी आजकल देख रहे हैं इन द नर्सिस इन द हॉस्पिटल, जो पेशेंट्स का ध्यान रखते हैं, not knowing who they are, no caste, no creed, no religion, family members, patient is dying and family members जा नहीं सकते, और family members ਨੂੰ ਉਹ FaceTime ਕਰਦੀਆਂ कि your family member is dying and he only has a little bit of time left. So this motherly instinct can come in any form, and ਮਜ਼ਾ ਤੇ ਤਾਂ ਹੈ ਕਿ ਜੇ ਅਸੀਂ ਇਹ ਮਦਰਲੀ ਇਨਸਟਿੰਕਟ ਹੋਰਾਂ ਤੇ ਅਪਲਾਈ ਕਰੀਏ, not only on our biological children, and ਇਹ ਇਨਸਟਿੰਕਟ fathers ਵਿੱਚ ਵੀ ਆ ਸਕਦਾ ਹੈ, which there are many stories amongst us ਜਿੱਥੇ mothers ਨਹੀਂ ਹੁੰਦੀਆਂ, ਉਹ fathers ਕਰਦੇ ਹਨ mothers ਦਾ ਕੰਮ। So I just wanted my paying tribute to nurses and even doctors, जो doctors ਕਰਦੇ हैं पेशेंट्स वास्ते, क्योंकि एक बारी पेशेंट हॉस्पिटल चला जाए लैक ऑफ ऑक्सीजन और ऑन द वेंटिलेटर, दैट्स इट, उस तो बाद तुसी अपने फैमिली मैंबर्स नू नहीं मिल सकते। सो तुसी बेसिकली नर्सिस ते डॉक्टर्स दे हाथ विच होंदे हो, and what they are doing is as good as the mother can do it. Thank you much, Khalsa Fateh. Thank you नैंसी भैन जी। ते
ਜਿਵੇਂ ਕਿ ਸਾਡੇ ਕੋਲ ਸਿਰਫ 5 ਮਿੰਟ ਬੱਚੇ ਨੇ ਤੇ once again I am really apologizing to everyone ਜਿਨ੍ਹਾਂ ਨੂੰ ਅਸੀਂ ਮੌਕਾ ਦੇਣਾ ਚਾਹੁੰਦੇ ਸੀ ਪਰ ਸਮੇਂ ਦੀ ਘਾਟ ਕਰਕੇ ਅਸੀਂ ਉਹਨਾਂ ਨਾਲ ਸਾਂਝ ਕਰਨ ਦਾ ਮੌਕਾ ਨਹੀਂ ਦੇ ਪਾਏ ਆ। ਪਰ ਮੈਂ ਹੁਣ ਭਾਵਨਾ ਜੀ ਨੂੰ ਰਿਕੁਐਸਟ ਕਰਾਂਗਾ ਕਿ ਉਹ ਬੀਜੀ ਬਾਰੇ ਕੋਈ ਪੁਆਇੰਟ ਸ਼ੇਅਰ ਕਰਨਾ ਚਾਹੁੰਦੇ ਨੇ। ਜੀ ਭਾਵਨਾ ਜੀ। बीजी बारे मैं कहना चाहती हूँ because before BG left I was the most person she met. So मैं जब इंडिया तो अमेरिका गई उस तो पहले भी ਅਸੀਂ ਫੋਨ ਤੇ FaceTime ਤੇ ਗੱਲ ਕਰਦੇ ਸੀ। बीजी ने ਮੈਨੂੰ अपनाया बहुत अच्छी तरह अपनाया एंड जे उस सुते मैं भी सुते उठा ड्यू टू जेट लैग ਉਹ ਸਿਰਫ ਆ ਕੇ ਨਾ ਰੂਮ ਵਿੱਚ ਛਾਤੀ ਮਾਰ ਕੇ ਦੇਖ ਜਾਂਦੇ ਸੀ। ਉਹਨਾਂ ਦਾ ਪੇਟ ਬਹੁਤ ਦਰਦ ਹੁੰਦਾ ਸੀ। ਉਹ ਕਦੀ ਵੀ ਨਹੀਂ ਖਾ ਨਹੀਂ ਸਕਦੇ ਸੀ ਪਰ ਉਹ ਜ਼ਰੂਰ ਪੁੱਛਦੇ ਸੀ ਅੱਜ ਕੀ ਬਣਾਏਂਗੀ। I got departed from my family but I found a grandmother in her, a mother, a grandmother and ਉਹਨਾਂ ਦੇ ਅੰਦਰ ਨਾ ਬਹੁਤ ਵਿਲ ਪਾਵਰ ਸੀ। ਉਹ ਸੋਚਦੇ ਸੀ ਕਿ ਉਹ ਮੈਨੂੰ ਮਿਲੇ ਬਗੈਰ ਨਾ ਕਿਧਰੇ ਵੀ ਨਹੀਂ ਜਾਣਗੇ। ਸੋ ਮੈਨੂੰ ਔਰ ਮੰਮਾ ਨੂੰ ਮਿਲਣ ਸਪੈਸ਼ਲੀ ਹਸਪੀਟਲ ਤੋਂ ਰਿਟਰਨ ਹੋ ਗਏ on the day we were arriving in US। ਉਹ ਸਪੈਸ਼ਲੀ third heart attack fight ਕਰਕੇ ਆਏ। She was such a great lady। ਉਹਨਾਂ ਦਾ poise ਉਹਨਾਂ ਦੀ old age ਵਿੱਚ ਇੰਨਾ graceful ਸੀ I'm yet to come across। ਮੈਂ ਬੀਜੀ ਕੋਲੋਂ ਸਿੱਖਿਆ। ਬੀਜੀ used to get up and say ਵਾਹਿਗੁਰੂ ਤੇਰਾ ਸ਼ੁਕਰ ਹੈ। ਇੱਕ ਉਹ ਸਟੈਪ ਵੀ ਲੈਂਦੇ ਸੀ ਨਾ ਵਾਹਿਗੁਰੂ ਤੇਰਾ ਸ਼ੁਕਰ ਹੈ। I'm so blessed to see that I met her in my life when she was alive। नहीं तो मैं बहुत कुछ मिस कर जाती। Thank you बीजी and thank you वीर जी कि उन्होंने मैंने बीजी नाल bridge किया। We appreciate her and she will always live in our hearts forever। Thank you। Thank you ਭਾਵਨਾ ਜੀ। ਮੈਂ ਹੁਣ ਸਾਡੇ ਨਾਲ ਲੰਡਨ ਤੋਂ ਦਿਲਮੋਹਨ ਜੀ ਤੇ ਬਖਸ਼ਿੰਦਰ ਜੀ ਹੈਗੇ ਨੇ। So I would request them please take 2 to 3 quick minutes to share with us। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। I'm not in a state to say anything। I'm in tears after listening to everybody। ਜੀ ਬਖਸ਼ਿੰਦਰ ਜੀ। ਦਿਲਮੋਹਨ ਜੀ ਹੈਗੇ ਨੇ ਤਾਂ ਉਹ ਸਾਡੇ ਨਾਲ ਸਾਂਝ ਕਰ ਸਕਦੇ ਨੇ ਕੋਈ। otherwise maybe some other time Dilmohn is not around। ਠੀਕ ਹੈ ਜੀ and we hope ਕਿ ਤੁਸੀਂ ਸਾਰੇ ਉੱਥੇ ਠੀਕ ਹੋ and everybody is doing good। so thanks for sharing with us। now I would request Rajinder Bhabhi agar ਉਹ ਸਾਡੇ ਨਾਲ we have another 2-3 minutes ਜੇਕਰ ਉਹ ਸਾਡੇ ਨਾਲ ਕੁਝ ਸ਼ੇਅਰਿੰਗ ਕਰਨਾ ਚਾਹਣ। ਜੀ ਰਜਿੰਦਰ ਭਾਬੀ। जी कुछ नहीं है बहुत कुछ सुने हैं बहुत अच्छा लग रहा है बस और कुछ नहीं। थैंक यू। किसी ने सुना ही नहीं कुछ। So I think Jitendra ji wants to say something from US। जी please Jitendra ji। हेलो 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 हाँ जी वाहिगुरू जी का खालसा वाहिगुरू जी की फतेह। आई एम जितेंद्र। We can hear you। हेलो we can hear you। हेलो हेलो हाँ हेलो मैं भी जी नाल मैनू आप सब जी दी व्याख्या सुन के ये समझ आया है एक मंदी है जो अपनी पेरेंटिंग नाल
ਮਿਸਿਸ ਪ੍ਰੀਤਮ ਜੀ ਹੈਗੇ ਨੇ ਜਿਹੜੇ ਬੋਲ ਰਹੇ ਨੇ, ਪਲੀਜ਼ ਬੋਲੋ ਪ੍ਰੀਤਮ ਜੀ, ਬੋਲੋ। Sorry, I think we are short on time. If everybody agreed, we can extend the time because so many people are raising their hands to talk. So if everybody's agreed, we can just show the thumbs up. We can go ahead for 5-10 minutes. We can go ahead. Thank you. So मेरे ख्याल जतिंदर वीर जी अमेरिका तो पहले, फिर उस तो बाद लवली वीर जी है, ज्ञानी वीर जी साडे नाल। जतिंदर जी प्लीज कह। हाँ जी, सारे नु गुरु फतेह जी। Very nice points raised. मैं कुछ पॉइंट्स सपना भैन दे एड्रेस करना चाहना, सपना बिटिया दे, कि उन्होंने कहा सी भी कुछ ए पाना ए करना वो करना। मैं सिर्फ एक ऐड करना सी कि it is an evolutionary process. हर बंदा हर मनुख इवॉल्व करता है। जो असी कल सी असी अज नहीं हाँ, जो असी अज हाँ वो कल टुमारो नहीं होवांगे। सो जो साड़ी एवोल्यूशन होंदी है, सो कुछ चीज़ां कुछ आदतां अपने आप छुट जांदियां, छोड़नियां नहीं पैंदियां। क्योंकि जदों एक मां नू बच्चे दा दर्द पता लगेगा, जो पता लगेगा कि बच्चा मेरा सपोज फर्ज कर लो जंक फूड खा के ओदा वेट लॉस हो रहा है, मैल नरिश हो रहा है, उन्हें समझ आ जाएगी कि मैं बच्चे नू मैं वधिया न्यूट्रिशन देनी है। जो समझ आ जाएगी तो फिर आपे होली होली ब्यूटी पार्लर छूट जाएगा, छोड़ना नहीं पड़ेगा। और मैं भी नहीं कह रहा भी छोड़ो या ना छोड़ो, वो गल नहीं हो रही। लेकिन बंदा ज्यों ज्यों इवन तुसी अगर कोई अपना जॉब ज्वाइन कर दियो, जॉब विच भी जो तुसी पहले महीने हो तुसी दूजे महीने तीजे महीने 6वें महीने नहीं होंदे। जो मां दा रवैया पहले बर्थ दा है, वो दूजे बर्थ दा या तीजे बर्थ विच इट इवॉल्व्स, शी इज ऑलवेज चेंजिंग, लर्निंग। और फिर वो अपनी जॉब्स नु अपनी ड्यूटीज नु प्रायोरिटाइज कर दी है कि मैं पहले मैं सब करांगी, जे ये सब काम हो जाएंगे फिर मैं दूजे काम भावें करा कि भावें ना करा। So it is the purpose of these classes is कि असी evolutionary process नु समझिए सीखिए, और कई गल्लां जो सानू वक्त ने सिखानियां वो पहले ही एक क्लास साड़ी प्लेट विच पा के साडे अगे रख दी है क्लास। भी अपनी जिंदगी तुसी as early as possible समझ के अपनी ड्यूटीज समझो, अपनी प्रायोरिटीज समझो। And as many people have said कि this is not only for females, this is equally applicable to all the people, men and women. So it's more of a motherhood rather than mother. Motherhood नु कोई भी motherhood नु father भी अपना सकता है, motherhood नु मासी भी अपना सकती है। कई जगह ते मावां नहीं रहंदियां, मासियां मामा बन जांदियां, भूआ मां बन जाती है, गवांढण मां बन जाती है। सो बस मैं इतना ही ऐड करना सी। सारे नु गुरफतेह, मेरा मन बहुत खुश है सारे नु देख के ते very nice. Thank you very much. Thank you, Jatinder. We are really thankful to you. Now I would request Gyani Veer ji कि वो साढ़े नाल अपनी गल सांझ करें। जी ज्ञानी वीर जी। हाँ जी, वाहिगुरू जी का खालसा वाहिगुरू फतेह। क्योंकि गल चल रही है मदरहुड दी, मां दे प्यार दी ते बीजी दी भी। ते जदों मेरी वाइफ डेथ बैड से सी जनवरी 4 2018, तो एक महीना तो मैं बहुत परेशान सी, रोज राती रोंदा सी ओदी परेशानी देख के, ओदी तकलीफ देख के। ते मैनू डेली विदाउट फेल वीर जी दा ते बीजी दा फोन आंदा सी, और बीजी ते वीर जी मैनू तगड़ा कर दिंदे सी, मेरे जोश पा दिंदे सी, मैनू खड़ा कर दिंदे सी। मेरे एसिडिटी बनदी सी दिन दे विच, बॉडी विच डॉक्टर कहंदा सी कि इहदी कोई दवाई नहीं हैगी, तुहानू ठंडा होना पएगा तां ही ठीक होएगी। लेकिन बीजी दी वो मिठियां गल्लां ते वीर जी दी वो प्यार भरी जिहड़ी गल्लां होंदियां सी, ਜਿਹਦੇ ਜੋ ਮੈਨੂੰ ਐਸੇ ਐਗਜ਼ਾਮਪਲ ਦਿੰਦੇ ਸੀ ਕਿ ਮੈਨੂੰ ਉਹ ਫਿਰ ਦਰਦ ਮੇਰਾ ਘਟ ਜਾਂਦਾ ਸੀ, ਖਤਮ ਹੋ ਜਾਂਦਾ ਸੀ। ਸੋ ਬੜਭਾਗੀ ਆ ਸਾਡਾ ਵੀਰ ਜੀ ਨਾਲ ਮੇਲ ਹੋਇਆ, ਬੀਜੀ ਨਾਲ ਮੇਲ ਹੋਇਆ, ਉਹਨਾਂ ਨੇ ਸਾਨੂੰ ਮਤਲਬ ਬਹੁਤ ਹੀ ਲਾਭ ਹੋਇਆ ਇਸ ਚੀਜ਼ ਦਾ। ਔਰ ਮੇਰੀ ਵਾਈਫ ਆਪਣੀ ਜ਼ਿੰਦਗੀ ਉਹਨੇ ਕੋਈ ਕਿੱਟੀ ਨਹੀਂ ਪਾਈ, ਕਹਿੰਦੀ ਹੈ ਕਿ ਅਗਰ ਮੈਂ ਕਿੱਟੀ ਵਿੱਚ ਜਾਵਾਂਗੀ ਸ਼ੋ ਆਫ ਦੀ ਗੇਮ ਵਿੱਚ ਫਸਾਂਗੀ,
4 ਘੰਟੇ ਆਉਣ ਜਾਣੀ ਬਰਬਾਦ ਕਰਾਂਗੀ ਤੇ ਮੈਂ ਉਹ ਉਨੀ ਦੇਰ ਵਿੱਚ ਪਾਠ ਕਿਉਂ ਨਾ ਕਰ ਲਾਂਗੇ ਸੁਖਮਨੀ ਸਾਹਿਬ ਦਾ। ਔਰ ਉਸ ਤਰ੍ਹਾਂ ਹੀ ਮੇਰੀ ਡਾਟਰ ਇਨ ਲਾ, ਉਹਨੂੰ ਮੈਂ ਕਿਹਾ ਕਿ ਤੁਸੀਂ ਕਿੱਟੀ ਪਾ ਲਓ ਬੇਸ਼ੱਕ, ਮੈਨੂੰ ਕੋਈ ਇਤਰਾਜ਼ ਨਹੀਂ ਹੈ ਪਾਣੀ ਹੈ ਤੇ, ਲੇਕਿਨ ਉਹ ਕਹਿੰਦੀ ਹੈ ਕਿ ਮੈਂ ਆਪਣੀ ਮਦਰਹੁੱਡ ਨੂੰ ਇੰਜੋਏ ਕਰਨਾ ਚਾਹੁੰਦੀ ਹਾਂ। ਮੇਰਾ ਜਿਹੜਾ ਗ੍ਰੈਂਡਸਨ ਹੈ ਰਾਜਵੀਰ ਸਿੰਘ, ਬੜੀ ਕਮਾਲ ਦੀ ਗੱਲਾਂ ਕਰਦਾ, ਤੁਹਾਨੂੰ ਸੁਣਾਵਾਂਗੇ ਕਦੀ। ਸੋ ਉਹਦੇ ਨਾਲ ਇੰਜੋਏ ਕਰਦੀ ਹੈ ਤੇ ਉਹਨੂੰ ਕਿਸੇ ਕਿੱਟੀ ਕੁੱਟੀ ਦਾ ਕੋਈ ਸ਼ੌਂਕ ਨਹੀਂ ਹੈ। ਸੋ ਆਈ ਐਮ ਪ੍ਰਾਊਡ ਕਿ ਘਰ ਵਿੱਚ ਇਹ ਚੀਜ਼ਾਂ ਹੈਗੀਆਂ ਨੇ, ਫੈਮਿਲੀ ਦਾ ਪਿਆਰ, ਦੋਸਤਾਂ ਦਾ ਪਿਆਰ ਬਹੁਤ ਮਿਲਿਆ ਵਾਈਫ ਦੀ ਡੈਥ ਦੇ ਟਾਈਮ। ਲੇਕਿਨ ਜੋ ਵੀਰ ਜੀ ਨੇ ਮੈਨੂੰ ਖੜਾ ਕੀਤਾ, ਜੋ ਬੀਜੀ ਨੇ ਮੈਨੂੰ ਖੜਾ ਕੀਤਾ, ਉਹਦਾ ਮੈਂ ਹਮੇਸ਼ਾ ਸ਼ੁਕਰਗੁਜ਼ਾਰ ਹਾਂ। ਵਾਹਿਗੁਰੂ ਜੀ ਕੀ ਫਤਿਹ। ਥੈਂਕਸ ਅਲੋਟ ਅਮਰਜੀਤ ਵੀਰ ਜੀ, ਤੇ ਅਸੀਂ ਤੁਹਾਡੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਤੇ ਸਾਡੇ ਕੋਲ ਆਖਰੀ ਦੇ 4 ਮਿੰਟ ਨੇ, ਤੇ ਆਈ ਵੁੱਡ ਟੇਕ ਦਿਸ ਲਿਬਰਟੀ ਕਿ ਮੈਂ ਦਿਲਮੋਹਨ ਦੇ ਮੰਮੀ ਨੂੰ ਕਹਾਂਗਾ ਕਿ ਪਲੀਜ਼ ਉਹ ਜ਼ਰੂਰ ਸਾਡੇ ਨਾਲ ਕੁਝ ਸ਼ੇਅਰ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਬਸ ਪਲੀਜ਼ ਸ਼ੇਅਰ ਕਰ। ਮੈਂ ਵੀਰ ਜੀ ਦਾ ਸ਼ੁਕਰਾਨਾ ਕਰਦੀ ਹਾਂ, ਬੜੇ ਸਾਲਾਂ ਤੋਂ ਵੀਰ ਜੀ ਦੇ ਟੱਚ ਵਿੱਚ ਹੈਗੇ ਆ, ਤੇ ਹੁਣ ਦਿਲਮੋਹਨ ਇਤਨੀ ਦੂਰ ਵੀ ਰਹਿ ਰਹੇ ਤਾਂ ਵੀ ਵੀਰ ਜੀ ਦੀ ਗੱਲਾਂ ਨੂੰ ਦਿਮਾਗ ਵਿੱਚ ਰੱਖ ਕੇ ਖੁਸ਼ ਰਹਿਣਾ ਪੈ ਰਿਹਾ ਕਿ ਠੀਕ ਹੈਗਾ, ਬਟ ਮਿਸ ਵੀ ਕਰਦੀ ਹਾਂ ਕਿ ਉਹ ਦੂਰ ਹੈਗਾ, ਬਟ ਖੁਸ਼ ਰਹਿਣ ਫਿਰ ਵੀ ਅੰਦਰੋਂ ਉਹੀ ਮਾਂ ਵਾਲਾ ਜਜ਼ਬਾ ਹੈ ਕਿ ਜਿੱਥੇ ਰਹਿਣ ਖੁਸ਼ ਰਹਿਣ ਬੱਚੇ, ਇਹ ਮੇਰੀ ਇੱਛਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਥੈਂਕ ਯੂ। ਸੋ ਸਾਡੇ ਕੋਲ ਜਿਵੇਂ ਸਮਾਂ ਮੁੱਕ ਰਿਹਾ, ਤੇ ਨਾਓ ਆਈ ਲੀਵ ਦਾ ਮਾਈਕ ਟੂ ਗੁਣਵੰਤ ਮੰਮੀ ਐਂਡ ਵੀਰ ਜੀ ਟੂ ਕਨਕਲੂਡ ਇਟ। ਮੈਨੂੰ ਬੈਂਕਾਕ ਵਾਲੇ ਪ੍ਰਕਾਸ਼ ਮੰਮੀ ਜੀ ਜਿਹੜੇ ਭੁਪਿੰਦਰ ਨਾਲ ਕਿੰਨਾ ਚਿਰ ਰਹੇ, ਬੀਜੀ ਨੇ ਵੀ ਰੱਜ ਕੇ ਪਿਆਰ ਕੀਤਾ, ਉਹਨਾਂ ਨੇ ਕਿਹਾ ਕਿ ਤੂੰ ਇਹਨਾਂ ਦਾ ਖਿਆਲ ਰੱਖਣਾ ਹੈ। ਤੇ ਮੈਂ ਹੁਣ ਜਿੱਥੇ ਵੀ ਆਲ ਓਵਰ ਦ ਵਰਲਡ ਗਈਆਂ, ਭੁਪਿੰਦਰ ਨਾਲ ਰੱਜ ਕੇ ਸਭ ਨੇ ਮੈਨੂੰ ਪਿਆਰ ਦਿੱਤਾ, ਬਹੁਤ ਪਿਆਰ ਦਿੱਤਾ, ਇਹਨੇ ਤੇ ਦਿੱਤਾ ਹੀ ਦਿੱਤਾ, ਸਾਰੇ ਇਤਨਾ ਦੇ ਰਹੇ, ਸਭ ਮਾਂ ਕਰਕੇ ਬੁਲਾਉਂਦੇ। ਤੇ ਮੈਨੂੰ ਲੱਗਦਾ ਕਿ ਮੈਂ ਮੇਰੇ ਜਿਹੜੇ ਘਾਟ ਹੈ ਉਹ ਹੋਰ ਵਧਾਉਣੀ ਚਾਹੀਦੀ। ਤੁਹਾਡਾ ਸਭ ਦਾ ਬਹੁਤ ਬਹੁਤ ਥੈਂਕ ਯੂ। ਆਈ ਥਿੰਕ ਸਾਨੂੰ ਹਰਦੀਪ ਵੀਰ ਜੀ, ਸੌਰੀ, ਮੈਂ ਇੱਕ ਚੀਜ਼ ਐਡ ਕਰਨਾ ਚਾਹਾਂਗਾ। ਪਲੀਜ਼। ਅਸੀਂ ਬਹੁਤ ਖੁਸ਼ ਹਾਂ, ਅਸੀਂ ਬਹੁਤ ਥੈਂਕਫੁਲ ਹਾਂ ਬੀਜ ਜੀ ਦੇ, ਤੇ ਵੀਰ ਜੀ ਦੇ ਨਾਨੀ ਜੀ ਦੇ, ਤੇ ਬਾਲਾ ਭਾਬੀ ਦੇ, ਸੁਖਵੰਤ ਮੰਮੀ ਦੇ। ਮੈਂ ਉਹਨਾਂ ਨੂੰ, ਵੀਰ ਜੀ ਦੀ ਵਾਈਫ ਨੂੰ ਐਕਨੋਲੇਜ ਕਰ ਰਿਹਾ ਉਹਦੇ ਵਿੱਚ। ਤੇ ਗੁਣਵੰਤ ਮੰਮੀ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਮੰਮੀ, ਤੁਸੀਂ ਜਿੰਨੀ ਸਾਰੀਆਂ ਮਾਵਾਂ ਹੋ, ਤੁਸੀਂ ਸਾਰਿਆਂ ਨੂੰ ਸਾਨੂੰ ਬਹੁਤ ਪਿਆਰ ਕੀਤਾ ਹੈ, ਔਰ ਤੁਹਾਡੇ ਪਿਆਰ ਔਰ ਉਤਸ਼ਾਹ ਕਰਕੇ ਹੀ ਅਸੀਂ ਅੱਜ ਬੱਚੇ ਸਾਰੇ ਮਿਲ ਕੇ ਇਸ ਪਾਸੇ ਚੱਲ ਰਹੇ ਹਾਂ। ਤੁਸੀਂ ਸਾਡੇ ਵਾਸਤੇ ਸਾਰੇ ਆਈਡੀਅਲਸ ਹੋ, ਔਰ ਅਸੀਂ ਬਹੁਤ ਬਹੁਤ ਥੈਂਕ ਯੂ ਕਰਦੇ ਹਾਂ ਕਿ ਸਾਡੇ ਕੋਲ ਇਹ ਸਮਾਂ ਮਿਲ ਰਿਹਾ ਹੈ, ਔਰ ਵੀਰ ਜੀ ਦੇ ਨਾਲ ਮਿਲ ਕੇ ਅਸੀਂ ਸਾਰੇ ਟੀਚਿੰਗਸ ਲੈ ਰਹੇ ਹਾਂ, ਔਰ ਅੱਗੇ ਅਸੀਂ ਵਰਤਾਂਦੇ ਰਹੀਏ। ਇਹ ਮੈਨੂੰ ਬਹੁਤ ਗੱਲ ਦੀ ਖੁਸ਼ੀ ਹੈ। ਥੈਂਕ ਯੂ ਸੋ ਮਚ। ਥੈਂਕ ਯੂ ਸੁਪ੍ਰੀਤ ਜੀ। ਹਰਦੀਪ ਜੀ ਅਗਰ ਸਾਡੇ ਨਾਲ ਆਨਲਾਈਨ ਨੇ, ਤਾਂ ਉਹਨਾਂ ਨੇ ਸਾਨੂੰ ਪ੍ਰੋਗਰਾਮ ਦੇ ਬਿਗਨਿੰਗ ਵਿੱਚ ਕਿਹਾ ਸੀ ਕਿ ਉਹ ਕੁਝ ਸ਼ੇਅਰ ਕਰਨਾ ਚਾਹੁੰਦੇ ਨੇ, ਤੇ ਉਸ ਤੋਂ ਬਾਅਦ we will conclude this class. So I cannot find him online. If he is there, he can unmute his mic and share his point. ਜੀ ਹਰਦੀਪ ਜੀ, ਜੇ ਤੁਸੀਂ ਮੈਨੂੰ ਸੁਣ ਰਹੇ ਹੋ ਤੇ I think ਉਹ ਲੀਵ ਕਰ ਚੁੱਕੇ ਨੇ। So I would request ਭੁਪਿੰਦਰ ਵੀਰ ਜੀ if he wants to add some points. ਨਹੀਂ ਤੇ ਮੈਂ ਐਮਪੀ ਵੀਰ ਜੀ ਨੂੰ ਕਹਾਂਗਾ ਕਿ ਉਹ ਕਲਾਸ ਨੂੰ ਪਲੀਜ਼ ਕੰਕਲੂਡ ਕਰ। ਜੀ ਵੀਰ ਜੀ। मैं बस इतनी रिक्वेस्ट करांगा कि आज मदर्स डे का टॉपिक है, कुदरती मेरी या मेरे बीजी की गल शुरू हो गई है। ਉਹਦੇ ਚੋਂ ਅਸੀਂ बीजी वाले मदर, आइडियल मदर वाले चंगे गुण सारिਆਂ ने पिकअप करने ने। कितनियां सारियां और मदर्स होणगीਆਂ ਜਿਹੜੀਆਂ आइडियल जींदियां ने, ਅਸੀਂ ਉਹਨਾਂ ਦੇ गुण ਲੈਣੇ ਨੇ। सो सारा टॉपिक इंज नहीं बनाना भी वीर जी वीर जी वीर जी। आई एम वेरी सॉरी, मनु फॉलो नहीं करना, ਅਸੀਂ ਬਾਣੀ फॉलो करनी है ਅਤੇ ਆਈਡੀਅਲਸ ਨਾਲ ਜੀਣ ਦਾ ਜਾਚ ਸਿੱਖਣੀ ਹੈ, ਗੁਰਬਾਣੀ ਖੋਜਣੀ ਹੈ, ਤੇ ਸਭ ਦੇ ਨਾਲ ਭਾਈਚਾਰੇ ਦਾ ਮਿਲਵਰਤਨ ਸਿੱਖਣਾ ਹੈ। ਕਿਉਂਕਿ ਮੇਰੇ ਬੀਜੀ ਮੈਨੂੰ ਕਹਿੰਦੇ ਸੀ ਜਦੋਂ ਤੂੰ ਇੰਡੀਆ ਜਾਏਗਾ ਤਾਂ ਤੂੰ ਸਭ ਨਾਲ ਸ਼ੇਅਰ ਕਰਨਾ ਹੈ। ਜਿਹੜੇ ਲੋਕੀ ਸਟੇਜ ਤੇ ਬਾਣੀ ਸ਼ੇਅਰ ਕਰਦੇ ਨੇ ਨਾ, ਉਹ ਲੋਕਾਂ ਨੂੰ ਮਿਲਦੇ ਨਹੀਂ ਨੇ, ਪਿਛਲੇ ਬੂਹੇ ਤੋਂ ਚਲੇ ਜਾਂਦੇ ਨੇ।
ਤੂੰ ਸਭ ਨੂੰ ਮਿਲਣਾ ਹੈ ਔਰ ਸਮਾਂ ਕੱਢ ਕੇ ਸਭ ਦਾ ਹਾਲ ਪੁੱਛਣਾ ਹੈ, ਬਜ਼ੁਰਗਾਂ ਕੋਲ ਪਿਆਰ ਨਾਲ ਖੜੇ ਹੋ ਕੇ ਉਹਨਾਂ ਦਾ ਹਾਲ ਪੁੱਛਣਾ ਹੈ ਅਤੇ ਕਿਸੇ ਨੂੰ ਅਮੀਰ ਗਰੀਬ ਨਹੀਂ ਕਹਿਣਾ, ਹਰ ਕਿਸੇ ਦੇ ਘਰ ਜਾ ਕੇ ਵਿਜ਼ਿਟ ਕਰਨਾ ਹੈ। ਸੋ ਇਹ ਜਿਹੜੀ ਪ੍ਰੈਕਟਿਸ ਉਹਨਾਂ ਨੇ ਮੈਨੂੰ ਸਿਖਾਈ, ਉਹ ਪ੍ਰੈਕਟਿਸ ਮੈਂ ਆਪਣੇ ਵੱਲੋਂ ਟਰਾਈ ਕੀਤੀ ਹੈ। ਉਹਦੇ ਕਾਰਨ ਤੁਸੀਂ ਸਾਰੇ ਬਾਣੀ ਨਾਲ ਜੁੜਦੇ ਜਾ ਰਹੇ ਹੋ ਤੇ ਤੁਸੀਂ ਬਾਣੀ ਖੋਜ ਰਹੇ ਹੋ ਤੇ ਲਿਵਿੰਗ ਟ੍ਰੈਜਰ ਫੈਮਿਲੀ ਰਿਲੇਸ਼ਨਸ਼ਿਪਸ ਨੂੰ ਬਣਾਉਣ ਵਾਸਤੇ ਕਾਮਯਾਬ ਹੋ ਰਿਹਾ ਹੈ। ਇਹਨੂੰ ਅਸੀਂ ਜੀਣਾ ਹੈ। ਹਾਂਜੀ, ਥੈਂਕ ਯੂ। Before I give the mic to MP ਵੀਰ ਜੀ, ਅਸੀਂ ਅਗਲੇ ਫਰਾਈਡੇ 8 ਤੋਂ 9:30 ਜੋ ਸਾਡੀ ਕਲਾਸ ਹੈ ਉਹ ਕਰਾਂਗੇ। ਉਹਦੇ ਵਾਸਤੇ ਟੌਪਿਕ ਮੋਸਟ ਪ੍ਰੋਬਬਲੀ ਅਸੀਂ ਕੰਟੈਂਟਮੈਂਟ ਹੀ ਲਵਾਂਗੇ, ਬਟ ਜੇ ਕਿਸੇ ਦੀ ਕੋਈ ਹੋਰ ਸੁਜੈਸ਼ਨ ਹੋਏ ਤਾਂ ਅਸੀਂ ਉਹ ਲੈ ਸਕਦੇ ਹਾਂ। ਇੱਕ ਵਾਰੀ ਅਸੀਂ ਸਭ ਦਾ ਤਹਿ ਦਿਲੋਂ ਫਿਰ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜੇ। ਇਹ ਪ੍ਰੋਗਰਾਮ ਕਰਦਿਆਂ ਹੋਇਆਂ ਸਾਡੇ ਕੋਲੋਂ ਕਈ ਪ੍ਰਕਾਰ ਦੀਆਂ ਭੁੱਲਾਂ ਵੀ ਹੋ ਗਈਆਂ ਹੋਣਗੀਆਂ, ਉਹਦੇ ਵਾਸਤੇ ਅਸੀਂ ਸਭ ਤੋਂ ਮਾਫੀ ਮੰਗਦੇ ਹਾਂ ਜੇ ਕਿਸੇ ਨੂੰ ਟਾਈਮ ਨਾ ਦੇ ਪਾਈ ਸਕਦੇ ਹੋਈਏ। ਸੋ ਨਾਓ ਆਈ ਵਿਲ ਰਿਕੁਐਸਟ MP ਵੀਰ ਜੀ ਟੂ ਪਲੀਜ਼ ਕਨਕਲੂਡ। ਜੀ MP ਵੀਰ ਜੀ। Sorry, I cannot. जी MP ਵੀਰ ਜੀ। ਹੈਲੋ ਜੀ। ਹਾਂਜੀ, ਮੈਂ ਗੱਲ ਇੱਥੋਂ ਸ਼ੁਰੂ ਕਰਨਾ ਚਾਹੁੰਦਾ ਜਿੱਥੇ ਵੀਰ ਜੀ ਨੇ ਹੁਣੇ ਸਮਾਪਤੀ ਕੀਤੀ ਹੈ ਕਿ ਭਈ ਇਹ ਪ੍ਰੋਗਰਾਮ ਖਾਲੀ ਵੀਰ ਜੀ ਜਾਂ ਬੀਜੀ ਕਰਕੇ ਸਾਰੇ ਨਾ ਲੈ ਜਾਣ, ਲੇਕਿਨ ਜ਼ਿੰਦਗੀ ਵਿੱਚ ਅਸੀਂ ਜਿਹੜੇ ਵੀ ਬੰਦਿਆਂ ਨੂੰ ਮਿਲਦੇ ਹਾਂ, ਆਫਟਰ ਆਲ ਜੇ ਅਸੀਂ ਰੱਬ ਨੂੰ ਦੇਖਣਾ ਸਿੱਖੇ ਹਾਂ ਤੇ ਇਨਸਾਨਾਂ ਵਿੱਚੋਂ ਹੀ ਦੇਖਾਂਗੇ। ਸੋ ਜਿਹਦੇ ਕੋਲੋਂ ਅਸੀਂ ਬਹੁਤ ਕੁਝ ਸਿੱਖਦੇ ਹਾਂ, ਵੀ ਹੈਵ ਟੂ ਬੀ ਥੈਂਕਫੁਲ ਟੂ that person also। ਲੇਕਿਨ ਹਾਂ, ਇਹਦੇ ਨਾਲ ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹਾਂਗਾ ਕਿ ਕਿਸੇ ਦੀ ਕੀਤੀ ਨੂੰ ਨਾ ਭੁਲਾ ਕੇ ਕਦੀ ਵੀ ਜ਼ਿੰਦਗੀ ਵਿੱਚ, ਉਹ ਇੱਕ ਬੜਾ ਵੱਡਾ ਰੱਬੀ ਗੁਣ ਹੈ। ਲੇਕਿਨ ਉਹਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਵੀ ਸ਼ੁੱਡ ਨਾਟ ਬੀ ਡਿਪੈਂਡੈਂਟ ਔਨ ਕਿ ਵੀ ਅੱਜ ਮਦਰਸ ਡੇ ਤੇ ਅੱਜ ਸਿਰਫ ਮਦਰ ਡੇਜ਼ ਦੀ ਗੱਲ ਅਸੀਂ ਇਹ ਗੁਰਪੁਰਬ ਨਹੀਂ ਅਸੀਂ ਮਨਾ ਰਹੇ ਅੱਜ ਕੋਈ, ਕਿਉਂਕਿ ਮੈਨੂੰ ਯਾਦ ਹੈ ਹੁਣੇ 550ਵੇਂ ਜੋ ਗੁਰਪੁਰਬ ਆਇਆ ਸੀ ਗੁਰੂ ਨਾਨਕ ਸਾਹਿਬ ਦਾ, ਤੇ ਵੀਰ ਜੀ ਨੇ ਆਪਣੇ ਫਸਟ ਪ੍ਰੋਗਰਾਮ ਵਿੱਚ ਇਸ ਗੱਲ ਨੂੰ ਲਿਆ ਸੀ ਕਿ ਕੀ ਜੇ ਅੱਜ ਇਹ 550ਵਾਂ ਸਾਲ ਨਾ ਮਨਾ ਰਹੇ ਹੁੰਦੇ ਸੀ ਤੇ ਕੀ ਫਿਰ ਅਸੀਂ ਗੁਰੂ ਨਾਨਕ ਸਾਹਿਬ ਦੀ ਗੱਲ ਨੂੰ ਨਹੀਂ ਮੰਨਾਂਗੇ, ਨਹੀਂ ਵਿਚਾਰ ਕਰਾਂਗੇ। ਸੋ ਇਹ ਪ੍ਰੋਸੈਸ ਜਿਹੜਾ ਵੇ, ਥੈਂਕ ਯੂ ਵੀਰ ਜੀ, ਸੋ ਇਹ ਪ੍ਰੋਸੈਸ ਕਿਸੇ ਡੇ ਤੇ ਡਿਪੈਂਡ ਨਹੀਂ ਹੈਗਾ। ਔਰ ਜਿਵੇਂ ਸਤਿੰਦਰ ਭੈਣ ਜੀ ਨੇ ਵੀ ਕਿਹਾ ਕਿ ਭਈ ਮਦਰ ਫਾਦਰ, ਸੋ ਜੋ ਗੱਲ ਅਸੀਂ ਕਰ ਰਹੇ ਹਾਂ ਉਹ ਸੈਂਟੀਮੈਂਟ ਹੈਗਾ ਮਦਰਹੁੱਡ, ਉਹਦੀ ਅਸੀਂ ਗੱਲ ਕਰ ਰਹੇ ਹਾਂ। ਮੈਂ ਇੱਕ ਛੋਟੀ ਜਿਹੀ ਸਿਰਫ ਸ਼ੇਅਰਿੰਗ ਕਰਾਂਗਾ। ਅਮਨ ਜੀ ਕਿੰਨਾ ਟਾਈਮ ਹੈਗਾ ਵੇ? ਤੁਹਾਡੀ ਆਵਾਜ਼ ਨਹੀਂ ਆ ਰਹੀ ਮੈਨੂੰ। We have another 4 to 5 minutes, please. Okay, ਫਿਰ ਠੀਕ ਹੈ, ਥੈਂਕ ਯੂ ਵੈਰੀ ਮਚ। ਕਿਉਂਕਿ ਹਰ ਕੋਈ ਆਪਣੇ ਜਿਵੇਂ ਅਸੀਂ ਵੀਰ ਜੀ ਨਾਲ ਮਿਲੇ, ਵੀਰ ਜੀ ਦੇ ਬੀਜੀ ਨਾਲ ਮਿਲੇ, ਗੁਰਮੰਤ ਮੰਮੀ ਨਾਲ ਮਿਲੇ, ਜਾਂ ਹੋਰ ਵੀ ਬਹੁਤ ਸਾਰੇ। ਸੋ ਮੇਰੇ ਆਪਣੇ ਪਰਸਨਲ ਜੋ ਐਕਸਪੀਰੀਅੰਸ ਹੈਗਾ ਇੱਕ ਲਾਈਫ ਦਾ, ਮੈਂ ਉਹ ਸ਼ੇਅਰ ਕਰਨਾ ਚਾਹੁੰਦਾ ਔਰ ਮੈਂ ਕੋਸ਼ਿਸ਼ ਕਰਾਂਗਾ ਪੂਰੀ ਕਿ ਮੈਂ ਸੁਣਾ ਪਾਵਾਂ ਉਹਨੂੰ। ਮੇਰੇ ਆਪਣੇ ਬੀਜੀ ਬਾਰੇ ਹੈਗਾ ਵੇ ਜੋ 2 ਸਾਲ ਪਹਿਲੇ, ਤਕਰੀਬਨ ਪੌਣੇ 2 ਸਾਲ ਪਹਿਲੇ ਗੁਜ਼ਰ ਗਏ ਸਨ। ਆਖਰੀ 1 ਮਹੀਨਾ ਪੂਰਾ ਉਹ ਹਸਪੀਟਲ ਰਹੇ ਸਨ ਔਰ ਉਸ ਤੋਂ ਚੰਦ ਦਿਨ ਪਹਿਲੇ ਵੀ ਉਹ ਹਫ਼ਤਾ ਹਸਪੀਟਲ ਲਗਾ ਕੇ ਆਏ ਸਨ। ਮੈਂ ਉਹ ਜਜ਼ਬੇ ਨੂੰ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਨਾਲ। ਅਸੀਂ 4 ਬ੍ਰਦਰਸ ਹੈਗੇ ਆ ਔਰ ਬੀਜੀ ਦਾ ਇੱਕ ਰੂਟੀਨ ਹੁੰਦਾ ਸੀ ਕਿ ਵੀ ਹਰ ਸੰਡੇ ਨੂੰ ਸਾਡੇ 4 ਭਰਾਵਾਂ ਦੇ ਸਿਰ ਧੋ ਕੇ ਉਹਨਾਂ ਨੇ ਤੇਲ ਲਗਾਉਣਾ, ਕੰਘੀ ਕਰਨੀ। ਮੇਰੇ ਵਾਲ ਸਭ ਤੋਂ ਜ਼ਿਆਦਾ ਘੁੰਗਰਾਲੇ ਸਨ ਤੇ ਬਹੁਤ ਔਖੇ ਅੜੇ ਨਿਕਲਦੇ ਸਨ। ਸੋ ਇਟ ਵਾਜ਼ ਓਨਲੀ ਬੀਜੀ ਜਿਹੜੇ ਕਰ ਸਕਦੇ ਸਨ, ਵਰਨਾ ਹੋਰ ਕੋਈ ਵੀ ਜੋ ਫੈਮਿਲੀ 'ਚ ਬਾਕੀ ਸਨ ਸਾਰੇ ਬਹੁਤ ਤੰਗ ਹੁੰਦੇ ਸਨ। ਬੀਜੀ ਜਦੋਂ ਹੁਣ 92 ਇਅਰਸ ਦੀ ਏਜ ਵਿੱਚ ਲਾਸਟ ਜਦੋਂ ਇੱਕ ਵੀਕ ਉਹ ਹਸਪੀਟਲ ਲਗਾ ਕੇ ਵਾਪਸ ਆਏ ਤੇ ਮੇਰੇ ਖਿਆਲ ਸੈਕਿੰਡ ਜਾਂ ਥਰਡ ਡੇ ਦੀ ਗੱਲ ਹੈ, ਮੈਂ ਸਿਰ ਧੋਤਾ ਹੋਇਆ ਸੀ ਤੇ ਵੀਲ ਚੇਅਰ ਤੇ ਬੈਠੇ ਹੋਏ ਸਨ ਤੇ ਮੈਨੂੰ ਕਹਿੰਦੇ ਨੇ ਕਿ ਆ ਮੈਂ ਤੈਨੂੰ ਤੇਲ ਲਗਾ। ਮੈਂ 1 ਮਿੰਟ ਸੋਚਿਆ ਕਿ ਵੀ ਹੁਣੇ ਕੱਲ ਆਏ ਨੇ ਔਰ ਹਾਰਟ ਦੀ ਪ੍ਰੋਬਲਮ ਨਾਲ ਗਏ ਸਨ ਤੇ ਇਹਨਾਂ ਨੂੰ ਐਗਜ਼ਰਟ ਕਰਨਾ ਠੀਕ ਨਹੀਂ ਹੋਏਗਾ। ਲੇਕਿਨ ਦੂਜੇ ਪਲ ਮੇਰੇ ਮਨ 'ਚ ਖਿਆਲ ਆਇਆ ਕਿ ਇਹ ਮਾਂ ਦਾ ਜਜ਼ਬਾ ਉੱਠਿਆ, ਇਹਨੂੰ ਹੁਣ ਮੈਨੂੰ ਰੋਕਣਾ ਨਹੀਂ ਚਾਹੀਦਾ। ਸੋ ਮੈਂ ਉਹਨਾਂ ਦੇ ਪੈਰਾਂ 'ਚ ਬੈਠ ਗਿਆ ਔਰ ਉਹਨਾਂ ਨੇ ਮੈਨੂੰ ਤੇਲ ਲਾਉਣਾ ਸ਼ੁਰੂ ਕਰ ਦਿੱਤਾ ਸੀ। ਹਾਲਾਂਕਿ ਸਿਰਫ 2 ਹੱਥ ਲਗਾ ਪਾਏ, ਉਹਨੂੰ ਕਹਿੰਦੇ ਜਾ ਆਉਣ ਲਗਵਾ ਲੈ ਰਿੰਦ।
ਸੋ ਇਹ ਜਿਹੜਾ ਜਜ਼ਬਾ ਹੈਗਾ ਨਾ ਮਾਂ ਦੇ ਮਦਰਹੁੱਡ ਦਾ, ਸੋ ਦਿਸ ਇਜ਼ ਯੂਨੀਕ। ਹੁਣ ਇਹਨੂੰ ਕੋਈ ਵੀ ਸਿੱਖ ਸਕਦਾ ਹੈ। ਮੈਂ ਆਪਣੇ ਫਾਦਰ ਨੂੰ ਦੇਖਿਆ, ਕਿਉਂਕਿ ਚਾਰੋਂ ਭਰਾ ਸਨ, ਸਾਡੀ ਕੋਈ ਭੈਣ ਨਹੀਂ ਸੀ। ਬੀਜੀ ਨੇ ਸਾਰਿਆਂ ਦੇ ਕੱਪੜੇ ਧੋਣੇ ਔਰ ਦਾਰ ਜੀ ਨੇ ਉਹ ਸਾਰੇ ਕੱਪੜੇ ਆਪ ਲੈ ਜਾ ਕੇ ਬਾਲਟੀ ਭਰ ਕੇ ਔਰ ਤਾਰਾਂ ਤੇ ਖਿਲਾਰਨੇ। ਅਸੀਂ ਇਸ ਤਰ੍ਹਾਂ ਦਾ ਆਪਣਾ ਬ੍ਰੌਡਅਪ ਸਾਡਾ ਇਸ ਤਰ੍ਹਾਂ ਹੋਇਆ। ਫਾਦਰ ਨੂੰ ਵੀ ਘਰ ਵਿੱਚ ਅਸੀਂ ਉਹੀ ਮਦਰਹੁੱਡ ਵਾਲਾ ਮੂਡ ਵਿੱਚ ਉਹਨਾਂ ਨੂੰ ਹਮੇਸ਼ਾ ਦੇਖਿਆ। ਮੈਂ ਆਪਣੀ ਜ਼ਿੰਦਗੀ 'ਚ ਮੈਂ ਯਾਦ ਵੀ ਕਰਾਂ ਤੇ ਮੈਨੂੰ ਯਾਦ ਨਹੀਂ ਆ ਰਿਹਾ ਉਹ ਦਿਨ ਕਦੇ ਕਿ ਮੇਰੇ ਫਾਦਰ ਨੇ ਕਿਹਾ ਹੋਵੇ ਮੈਂ ਕੰਮ ਤੋਂ ਨੌਕਰੀ ਤੋਂ ਆਇਆ ਤੇ ਮੈਂ ਥੱਕਿਆ ਹੋਇਆ। I think he's stuck. I think yeah, we got disconnected. Yeah. So I think ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਰੇ ਜੁਆਇਨ ਕੀਤੇ। Special thanks to ਵੀਰ ਜੀ ਸੰਗਤਾਂ ਨਾਲ ਫਤਿਹ ਬੁਲਾ ਲਓ so that we can wind up because we are already very late. It's 10:45. ਸਾਰੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ I would like to say special thanks to Amandeep जिन्होंने अपना आला